ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਿਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਸੱਚ ਤਾ ਪਰ ਜਾਣੀਐ, ਜਾ ਹਿਰਦੈ ਸੱਚਾ ਹੋਏ। ਕੂੜ ਕੀ ਮਲ ਉਤਰੈ, ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਐ, ਜਾਂ ਸੱਚ ਧਰੇ ਪਿਆਰ। ਨਾਉ ਸੁਣ ਮਨ ਰਹਸੀਐ, ਤਾ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਐ, ਜਾਂ ਜੁਗਤ ਜਾਣੈ ਜੀਉ। ਧਰਤ ਕਾਇਆ ਸਾਧਕੈ, ਵਿੱਚ ਦੇ ਕਰਤਾ ਬੀਉ। ਸੱਚ ਤਾਂ ਪਰ ਜਾਣੀਐ, ਜਾ ਸਿੱਖ ਸੱਚੀ ਲੇ। ਦਇਆ ਜਾਣੈ ਜੀ ਕੀ, ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਐ, ਜਾ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ, ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਆਸਾ ਕੀ ਵਾਰ ਦੀ 10ਵੀਂ ਪੌੜੀ ਨਾਲ ਜੋ ਪਹਿਲਾ ਸ਼ਲੋਕ ਦਰਜ ਹੈ, ਉਸ ਦੀ ਵਿਚਾਰ ਆਪ ਜੀ ਸਰਵਣ ਕਰ ਚੁੱਕੇ ਹੋ। ਇਸ ਪੌੜੀ ਨਾਲ ਦਰਜ ਦੂਸਰੇ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਪਹਿਲੇ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਸ ਦ੍ਰਿਸ਼ਟਮਾਨ, ਇਸ ਦੀ ਨਾਸ਼ਵੰਤਾ, ਜਾਂ ਇਸ ਲਈ ਇੱਕ ਸ਼ਬਦ ਵਰਤਿਆ ਕੂੜ। ਉਸ ਸ਼ਲੋਕ ਦੀ ਆਰੰਭਤਾ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਹਜ਼ੂਰ ਨੇ ਉਸ ਸ਼ਲੋਕ ਦੇ ਅੰਤ ਵਿੱਚ ਜੋ ਅਸੀਂ ਵਿਚਾਰਿਆ, ਇਸ ਨੂੰ ਕੂੜ ਕਿਉਂ ਕਿਹਾ, ਉਹ ਅਸੀਂ ਬੜੀ ਡਿਟੇਲ ਨਾਲ ਦੇਖਿਆ। ਹਜ਼ੂਰ ਨੇ ਜੇ ਸ਼ਬਦ ਵਰਤੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ,
ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ। ਇਸ ਸ਼ਲੋਕ ਦੇ ਅਖੀਰ ਵਿੱਚ ਹਜ਼ੂਰ ਨੇ ਇਸ ਦੇ ਕੂੜ ਹੋਣ ਦਾ ਕਾਰਨ ਜੋ ਦੱਸਿਆ ਉਹ ਸੀ ਤੁੱਧਬਾਜ਼। ਜਿਵੇਂ ਅਸੀਂ ਹਜ਼ੂਰ ਦੇ ਬਚਨ ਪੜ੍ਹੇ, ਇਸ ਸ਼ਲੋਕ ਵਿੱਚ ਦੋ ਸ਼ਬਦ, ਇੱਕ ਵਿਸਰਿਆ ਕਰਤਾਰ, ਤੁੱਧਬਾਜ਼ ਕੂੜੋ ਕੀੜ। ਜਿਵੇਂ ਗੁਰਦੇਵ ਦੇ ਬਚਨ ਸਨ, ਕੂੜ ਕੂੜੈ ਨਿਹੁ ਲੱਗਾ, ਵਿਸਰਿਆ ਕਰਤਾਰ। ਕਰਤਾਰ ਦਾ ਵਿਸਰ ਜਾਣਾ ਹੀ ਇਹਦੀ ਕੂੜਤਾਈ ਹੈ। ਦੂਸਰਾ, ਇਸ ਵਿੱਚ ਇੱਕ ਬਖਸ਼ਿਸ਼ ਭਰਿਆ ਬੋਲ ਅਖੀਰ ਤੇ ਕੀਤਾ, ਉਹ ਇਹ ਸੀ ਕਿ ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ ਤੁੱਧਬਾਜ਼ ਕੂੜੋ ਕੂੜ। ਅਰਜ਼ ਉੱਥੇ ਕਿਸੇ ਸੀ ਤੁੱਧਬਾਜ਼, ਤੇਰੇ ਤੋਂ ਬਿਨਾਂ, ਤੇਰੀ ਯਾਦ ਤੋਂ ਬਿਨਾਂ, ਤੇਰੇ ਅੰਦਰ ਦੀ ਹੋਂਦ ਮੰਨਣ ਤੋਂ ਬਿਨਾਂ ਉਹ ਹਰ ਚੀਜ਼ ਕੂੜ ਹੈ। ਹੁਣ ਉਸ ਤੋਂ ਬਾਅਦ ਅਗਲੇ ਸ਼ਲੋਕ ਵਿੱਚ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ, ਸੱਚ, ਸੱਚ ਦੀ ਪ੍ਰਾਪਤੀ ਦਾ ਸਾਧਨ, ਤੇ ਸਚਿਆਰ ਪੁਰਸ਼ ਜਿਹੜਾ ਹੈ ਉਸ ਦਾ ਜੀਵਨ ਕਿਹੋ ਜਿਹਾ ਹੋ ਜਾਂਦਾ ਹੈ, ਕੂੜ ਦੀ ਮੈਲ ਕਿਵੇਂ ਨਿਕਲ ਜਾਂਦੀ ਹੈ, ਉਹ ਸਭ ਕੁਝ ਇਸ ਸ਼ਲੋਕ ਵਿੱਚ ਦੱਸਿਆ ਜੋ ਵਿਚਾਰ ਅਧੀਨ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਅਸੀਂ ਪਿਛਲੇ ਸ਼ਲੋਕ ਤੋਂ ਨਾਲ ਵਿਚਾਰ ਲੈ ਕੇ ਚੱਲਨੇ ਹਾਂ ਕਿ ਨਾਨਕ ਵਖਾਣੈ ਬੇਨਤੀ ਤੁੱਧਬਾਜ਼ ਕੂੜੋ ਕੂੜ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਜਿੱਥੇ ਸਾਈਂ ਦੀ ਯਾਦ ਵਿਸਰ ਜਾਏ, ਸੱਚ ਇਹ ਉਹ ਹਰ ਚੀਜ਼ ਕੂੜ ਹੈ, ਉਹ ਝੂਠ ਹੈ, ਉਹ ਮਿਥਿਆ ਹੈ, ਪਰ ਜਿੱਥੇ ਸੱਚੇ ਮਾਲਕ ਦੀ ਯਾਦ ਆ ਜਾਏ, ਸੱਚ ਇਹ ਉਹ ਹਰ ਚੀਜ਼ ਉਸ ਸੱਚੇ ਨਾਲ ਜੁੜ ਕੇ, ਉਹਦੀ ਯਾਦ ਨਾਲ ਜੁੜ ਕੇ ਉਹ ਪ੍ਰਭੂ ਦੇ ਦਰ ਤੇ ਸਵੀਕਾਰ ਹੈ। ਜਿਵੇਂ ਅਸੀਂ ਬਾਣੀ 'ਚ ਇੱਕ ਬਚਨ ਪੜ੍ਹਨੇ ਹਾਂ, ਹਜ਼ੂਰ ਦਾ ਬੋਲ ਹੈ ਮਾਝ ਕੀ ਵਾਰ 'ਚ, ਕਿਆ ਖਾਧੈ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ। ਇਉਂ ਕਹਿ ਲਓ ਇਹ ਸਾਰੇ ਸ਼ਲੋਕ ਜੋ ਅਸੀਂ ਵਿਚਾਰਿਆ ਹੈ ਕੂੜ ਨਾਲ ਸੰਬੰਧਿਤ, ਜਿਸ ਦੀ ਵਿਆਖਿਆ ਅਸੀਂ ਕਰ ਚੁੱਕੇ ਹਾਂ, ਪਰ ਉਹ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ, ਤੁੱਧਬਾਜ਼ ਹੀ ਕੂੜ ਹੈ। ਇਹ ਪਵਿੱਤਰ ਬਚਨ ਗੁਰੂ ਨਾਨਕ ਸਾਹਿਬ ਦਾ ਹੈ, ਮਾਝ ਕੀ ਵਾਰ ਦਾ ਸ਼ਲੋਕ। ਕਿਆ ਖਾਧੈ ਕਿਆ ਪੈਦਾ ਹੋਏ, ਕੀ ਖਾਣਾ ਤੇ ਕੀ ਪਾਣਾ ਜੇ ਮਨ ਵਿੱਚ ਸੱਚਾ ਪਰਮਾਤਮਾ ਨਹੀਂ। ਕਿਆ ਖਾਧੈ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ। ਕੀ ਮਿੱਠੇ ਦੀਆਂ ਬਣੀਆਂ ਚੀਜ਼ਾਂ, ਕੀ ਮੈਦੇ ਦੀਆਂ ਬਣੀਆਂ ਚੀਜ਼ਾਂ, ਕੀ ਕਈ ਤਰ੍ਹਾਂ ਦੇ ਮਾਸ ਦਾ ਪਕਵਾਨ ਬੰਦਾ ਖਾਂਦਾ ਹੈ। ਮਹਾਰਾਜ ਦੇ ਬੋਲ, ਕਿਆ ਕੱਪੜ ਕਿਆ ਸ਼ੇਸ਼ ਸੁਖਾਲੀ, ਆਵੇ ਮਹਿਲੀ ਵਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ। ਮਹਾਰਾਜ ਜੀ ਨੇ ਸ਼ਬਦ ਵਰਤੇ, ਕਿਆ ਖਾਧੈ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ। ਕਿਆ ਲਸ਼ਕਰ ਕਾਦੀਆਂ ਫੌਜਾਂ, ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ। ਅਖੀਰ ਤੇ ਮਹਾਰਾਜ ਕਹਿੰਦੇ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਸੱਚੇ ਨਾਮ ਬਿਨ, ਤੁੱਧਬਾਜ਼ ਕੂੜੋ ਕੂੜ। ਸੱਚੇ ਨਾਮ ਬਿਨ, ਜੇ ਮੰਨ ਲਓ ਨਾਮ ਚੇਤੇ ਆ ਜਾਏ, ਫਿਰ ਇਹ ਮਹਿਲ, ਇਹ ਪਰਿਵਾਰ, ਇਹ ਇਸਤਰੀ, ਇਹ ਸੰਸਾਰ, ਉਹਦੇ ਫਿਰ ਸਤਿਗੁਰੂ ਸਪਸ਼ਟ ਕਰਦੇ ਨੇ, ਕਹਿਣ ਲੱਗੇ ਕਿ ਤਿਨ ਕਾ ਖਾਦਾ ਪੈਦਾ ਮਾਇਆ ਸਭ ਵਿਤ ਹੈ, ਜੋ ਨਾਮ ਹਰ ਰਾਤੇ। ਮਹਾਰਾਜ ਦੇ ਸ਼ਬਦ ਨੇ, ਤਿਨ ਕੇ ਘਰ ਮੰਦਰ ਮਹਿਲ ਸਰਾਈ ਸਭ ਵਿਤ ਹੈ, ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਉਹ ਖਾਣਾ, ਉਹ ਪੀਣਾ, ਉਹ ਪਹਿਰਨਾ, ਸੱਚ ਇਹ ਪ੍ਰਵਾਨ ਹੈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਏ। ਉਹਦੇ ਘਰ, ਉਹਦੇ ਮਹਿਲ, ਉਹਦੀਆਂ ਮਾੜੀਆਂ, ਉਹਦੀਆਂ ਬਣਾਈਆਂ ਕੋਠੀਆਂ ਸਭ ਪ੍ਰਵਾਨ ਨੇ, ਜਿਹਦੇ ਵਿੱਚ ਲੋੜਵੰਦ ਗੁਰਮੁਖਾਂ ਦਾ ਨਿਵਾਸ ਹੋਵੇ। ਪਰ ਇੱਥੇ ਇੱਕ ਸਵਾਲ ਉੱਠੇਗਾ ਕਿ ਕੀ ਉਹਨਾਂ ਦਾ ਖਾਣਾ ਨਾਪਾਕ ਹੋਵੇਗਾ? ਨਹੀਂ, ਜਿਸ ਅੰਦਰ ਪਰਮਾਤਮਾ ਦੀ ਯਾਦ ਵਸ ਜਾਏ ਉਹਨੂੰ ਪਤਾ ਲੱਗਦਾ ਖਾਣਾ ਕੀ ਹੈ, ਪਹਿਣਾ ਕੀ ਹੈ, ਕਿਉਂਕਿ ਉਹਦੀ ਜ਼ਿੰਦਗੀ ਦੀ ਆਖੀਰਲੀ ਮੰਜ਼ਿਲ ਕੇਵਲ ਪਰਿਪੂਰਨ ਪਰਮਾਤਮਾ ਦੀ ਅਭੇਦਤਾ ਹੈ। ਮੇਰੇ ਕਹਿਣ ਤੋਂ ਮੁਰਾਦ ਇਸ ਨਾਸ਼ਵੰਤਾ ਵਿੱਚ ਤੁੱਧਬਾਜ਼, ਸੱਚੇ ਨਾਮ ਬਿਨ ਜਾਂ ਵਿਸਰਿਆ ਕਰਤਾਰ
ਇਹ ਕੂੜ ਹੈ। ਆਓ ਅਸੀਂ ਭਾਈ ਸਾਹਿਬ ਦੀ ਰਚਨਾ 'ਚ ਇਸ ਸੰਬੰਧੀ ਇੱਕ ਵਿਚਾਰ ਜ਼ਰੂਰ ਲੈ ਲੈਂਦੇ ਹਾਂ, ਕਿਉਂਕਿ ਅਗਲੇ ਸ਼ਲੋਕ ਨਾਲ ਲੜੀ ਜੋੜਨ ਦੇ ਲਈ ਇਹ ਲੜੀ ਪੌੜੀ ਤੱਕ ਚੱਲੇਗੀ। ਮਹਾਰਾਜ ਜੀ ਨੇ, ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ 'ਚ ਨਾਸ਼ਵਾਨਤਾ ਬਾਰੇ ਜੋ ਕੁਝ ਸਾਨੂੰ ਚਮਕ ਦਮਕ ਅੱਖਾਂ ਨੂੰ ਪ੍ਰਭਾਵਿਤ ਕਰਦੀ, ਉਹਦੇ ਸੰਬੰਧੀ ਇੱਕ ਬਚਨ ਕਿਹਾ ਹੈ। ਸ਼੍ਰੀਮਾਨ ਭਾਈ ਸਾਹਿਬ ਗੁਰਦਾਸ ਸਾਹਿਬ ਦੇ ਬਚਨ ਨੇ ਕਿ ਦੀਵਾਲੀ ਅਕਸਰ ਮੱਸਿਆ ਵਾਲੀ ਦਿਨ ਆਉਂਦੀ ਹੈ ਜਾਂ ਮੱਸਿਆ ਵਾਲੀ ਰਾਤ ਦੀਵਾਲੀ ਲੋਕ ਮਨਾਉਂਦੇ ਨੇ, ਅਤੇ ਇਹ ਅਕਸਰ ਪੌੜੀ ਦਾ ਗਾਇਨ ਕੀਤਾ ਜਾਂਦਾ, ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਪਰ ਮੈਂ ਅਰਜ਼ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ, ਇੱਕ ਤੁਕ ਨੂੰ ਲੈ ਕੇ ਕਿਸੇ ਦਿਨ ਨਾਲ ਮਤ ਜੋੜੋ। ਬਸ ਇਹਨੂੰ ਥੋੜ੍ਹਾ ਜਿਹਾ ਇਹ ਸਮਝੋ ਕਿ ਕਿਸ ਪਰਪੇਖ ਵਿੱਚ ਇਹ ਸ਼ਬਦ ਕਿਹਾ ਗਿਆ ਹੈ। ਇਹ ਵਾਰ ਪੌੜੀ ਕਿਸ ਪਰਪੇਖ 'ਚ ਕਹੇਗੀ? ਦੀਵਾਲੀ ਦੀ ਰਾਤ ਦੀਵੇ ਬਾਲੀਅਨ ਪ੍ਰਮਾਣ ਦਿੱਤਾ ਹੈ, ਪਰ ਬੇਨਤੀ ਹੈ ਇਹ ਤਾਂ ਮੌਤ ਨਾਲ ਸੰਬੰਧਿਤ ਹੈ। ਜੇ ਇਸ ਤਰ੍ਹਾਂ ਤੁਕਾਂ ਲੈ ਕੇ ਆਪਾਂ ਅਰਥ ਕਰਾਂਗੇ ਤੇ ਹੋ ਸਕਦਾ ਹੈ ਇੱਕ ਬੰਦਾ ਕਿਸੇ ਦੀ ਇਮਾਨਤ ਲੈ ਕੇ ਬੇਈਮਾਨ ਹੋ ਜਾਏ, ਕਿਸੇ ਦੀ ਚੀਜ਼ ਲੈ ਕੇ ਮੁੱਕਰ ਜਾਏ, ਤੇ ਕੀ ਆਪਾਂ ਇਸ ਤੁਕ ਨੂੰ ਆਧਾਰ ਬਣਾ ਕੇ ਕੀਰਤਨ ਕਰ ਲਾਂਗੇ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਈ ਖਾਏ। ਹੋ ਸਕਦਾ ਇਹ ਢੁਕਾ ਲਾਂਗੇ ਆਪਾਂ ਕਿ ਜੇ ਅਸੀਂ ਇਸ ਤਰ੍ਹਾਂ ਤੁਕਾਂ ਦੇ ਅਰਥ ਕਰਾਂਗੇ। ਹਾਲਾਂ ਮੇਰਾ ਇਹ ਪ੍ਰਕਰਨ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ, ਜੈਸੀ ਬਿਖੈ ਹੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ। ਹੁਣ ਐਸੀ ਨਾਮੇ ਪ੍ਰੀਤ ਮੁਰਾਰੀ ਦੀ ਤੁਕ ਨੂੰ ਛੱਡ ਕੇ ਜੈਸੇ ਬਿਖੈ ਹੇਤ ਪਰ ਨਾਰੀ ਲੈ ਕੇ ਆਪਾਂ ਅਰਥ ਕਰਨ ਲੱਗ ਪਵਾਂਗੇ ਤੇ ਇਹ ਕਹਾਂਗੇ ਮਹਾਰਾਜ ਜੀ ਨੇ ਕਹਿ ਦਿੱਤਾ ਬਾਣੀ 'ਚ ਕਿ ਜੈਸੀ ਬਿਖੈ ਹੇਤ ਪਰ ਨਾਰੀ, ਵਿਸ਼ੇ ਭੋਗਣ ਲਈ ਪਰ ਘਰ 'ਚ ਜਾਣਾ ਨਹੀਂ। ਮੈਂ ਬੇਨਤੀ ਕਰਾਂਗਾ ਖੈਰ ਪ੍ਰਕਰਨ 'ਚ ਰਹਾ, ਕੂੜ ਕਿਵੇਂ ਹੈ? ਦੀਵਾਲੀ ਦੀ ਰਾਤ ਮੱਸਿਆ ਦੀ ਕਾਲੀ ਬੋਲੀ ਰਾਤ ਹੈ। ਉਸ ਰਾਤ ਲੋਕ ਘਰਾਂ ਦੇ ਬਨੇਰਿਆਂ ਤੇ ਮੁਨਾਰਿਆਂ ਤੇ ਦੀਵੇ ਬਾਲਦੇ ਨੇ, ਤੇ ਉਹ ਕਾਲੀ ਰਾਤ, ਉਹਦਾ ਪ੍ਰਕਾਸ਼ ਰਾਤ ਨੂੰ ਦਿਨ 'ਚ ਤਬਦੀਲ ਕਰਦਾ ਪਿਆ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਇਹ ਕੂੜ ਕਿਵੇਂ ਹੈ? ਦੀਵਾਲੀ ਦੀ ਰਾਤ 'ਚ ਬਲਦੇ ਹੋਏ ਦੀਵੇ ਅੱਤ ਦੇ ਸੁੰਦਰ, ਅੱਤ ਦੇ ਸੋਹਣੇ ਲੱਗਦੇ ਨੇ, ਪਰ ਯਾਦ ਰੱਖੀ ਇਸ ਰਾਤ ਨੇ ਸਦਾ ਨਹੀਂ ਰਹਿਣਾ। ਤੂੰ ਦੀਵਾ ਬਾਲ ਕੇ ਆਇਆ ਹੈ, ਅੱਧੀ ਰਾਤ ਤੋਂ ਬਾਅਦ ਝਾਤੀ ਮਾਰੀ, ਜਿਹੜਾ ਪਹਿਲੇ ਪੈਰ ਸ਼ਹਿਰ ਪਿੰਡ ਗਰਾਂ ਮਹੱਲਾ ਕਲੀ ਕੂਚਾ ਜਗਮਗ ਰਿਹਾ ਸੀ, ਅੱਜ ਉਹ ਜਦੋਂ ਰਾਤ ਨੂੰ ਦੀਵੇ ਬੁੱਝ ਗਏ ਪਿਆਰਿਓ, ਫਿਰ ਹਨੇਰਾ ਹੋ ਗਿਆ। ਦੀਵਾਲੀ ਦੇ ਰਾਤ ਦੇ ਦੀਵੇ ਸਦੀਵ ਨਹੀਂ, ਇੱਕ ਰਾਤ ਲਈ ਕੁਛ ਪੈਰ ਲਈ ਨੇ। ਦੂਜੀ ਗੱਲ ਅਸੀਂ ਦੇਖਦੇ ਹਾਂ ਅੰਮ੍ਰਿਤ ਵੇਲੇ ਪੋਹ ਫੁਟਾਲੇ ਤੋਂ ਪਹਿਲਾਂ ਅਸਮਾਨ ਦੇ ਜਿਹੜੇ ਤਾਰੇ ਨੇ ਉਹ ਟਿਮਟਮਾਉਂਦੇ ਨੇ। ਇੰਜ ਲੱਗਦਾ ਜਿਵੇਂ ਰਾਤ ਇਸ਼ਨਾਨ ਕਰਕੇ ਇਹ ਤਾਰੇ ਵੀ ਇਸ਼ਨਾਨ ਕਰਕੇ ਸਵੱਛਤਾ ਪਵਿੱਤਰਤਾ ਦੀ ਸਾਨੂੰ ਸੰਦੇਸ਼ ਦੇ ਰਹੇ ਨੇ। ਪਰ ਪ੍ਰਭਾਤ ਦੇ ਤਾਰੇ ਯਾਦੀ ਦੇਰ ਤੱਕ ਆਪਣੇ ਸੁਹਾਪਨ ਨੂੰ ਬਖੇਰ ਨਹੀਂ ਸਕਦੇ, ਕਿਉਂਕਿ ਇਸ ਤਾਰੇ ਨੇ ਵੀ ਦੇਖਦਿਆਂ ਦੇਖਦਿਆਂ ਅਲੋਪ ਹੋ ਜਾਣਾ ਹੈ। ਨਾਸ਼ਵਾਨਤਾ ਬਾਰੇ ਅਗਲੀ ਬੇਨਤੀ, ਬਗੀਚੇ ਵਿੱਚ ਫੁੱਲ ਖਿੜੇ ਨੇ, ਤਰ੍ਹਾਂ ਤਰ੍ਹਾਂ ਦੇ ਫੁੱਲ ਨੇ। ਜਿਹੜਾ ਫੁੱਲ ਅੱਜ ਸੁਬਾਹ ਖਿੜਿਆ ਹੈ ਉਹਨੇ ਸ਼ਾਮ ਤੱਕ ਹੋ ਸਕਦਾ ਇਸ ਟਾਹਣੀ ਤੇ ਨਾ ਰਹੇ। ਫਿਰ ਬੇਨਤੀ ਹੈ, ਤੀਰਥਾਂ ਤੇ ਲੋਕ ਜਾਂਦੇ ਨੇ, 2-2 4-4 ਫੁੱਟ ਥਾਂ ਦੀ ਖਾਤਰ ਝਗੜਦੇ ਨੇ, ਇੱਥੇ ਮੇਰੀ ਦੁਕਾਨ, ਮੇਰਾ ਟਿਕਾਣਾ, ਮੈਂ ਪੈਣਾ। ਪਰ ਜਦੋਂ ਮੇਲਾ ਉੱਧਰ ਜਾਂਦਾ ਹੈ ਤੀਰਥਾਂ ਤੇ ਰੌਣਕ ਰਹਿੰਦੀ ਨਹੀਂ। ਬਸ ਇਉਂ ਸਮਝੋ ਕਿ ਭਾਈ ਸਾਹਿਬ ਦੇ ਇਹ ਬੋਲ ਨੇ ਕਿ ਸੰਸਾਰ ਨਾਸ਼ਵੰਤ ਇਸ ਤਰ੍ਹਾਂ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਭਾਈ ਸਾਹਿਬ ਲਿਖਦੇ ਨੇ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਬਾਗਾਤਦਰ ਤੇ ਬਗੀਚੀ। ਫੁੱਲਾਂ ਦੀ ਬਗੀਚੀ 'ਚ ਕਿੰਨਾ ਕੁ ਸਮਾਂ ਖੇੜਾ ਹੈ। ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਖਾਲੀਅਨ, ਹਰ ਚੰਦੌਰੀ ਦੇਖ ਝਾਤ ਵਸਾਏ ਉਚਾਲੀਅਨ। ਭਾਈ ਸਾਹਿਬ ਕਹਿੰਦੇ ਨੇ, ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ। ਗੁਰਮੁਖ ਇਸੇ ਤਰ੍ਹਾਂ ਦੀਵਾਲੀ ਦੀ ਰਾਤ ਦੀ ਤਰ੍ਹਾਂ, ਤਾਰਿਆਂ ਦੀ ਚਮਕ ਦੀ ਤਰ੍ਹਾਂ, ਫੁੱਲਾਂ ਦੇ ਖੇੜੇ ਦੀ ਤਰ੍ਹਾਂ, ਯਾਤਰੀਆਂ ਦੀ ਭੀੜ ਦੀ ਤਰ੍ਹਾਂ, ਹਰ ਚੰਦੌ ਦੀ ਤਰ੍ਹਾਂ ਇਸ ਸੰਸਾਰ ਨੂੰ ਨਾਸ਼ਵਾਨ ਜਾਣ ਕੇ ਉਹ ਫਿਰ ਉਸ ਸ਼ਬਦ, ਉਸ ਸਿਮਰਨ ਪ੍ਰਭੂ ਦੇ ਨਾਮ ਨਾਲ ਜੁੜਦਾ ਜਿਨਨੇ ਸਦੀਵ ਕਾਲ ਲਈ ਰਹਿਣਾ ਹੈ। ਹੁਣ ਅਗਲਾ ਸਵਾਲ ਹੈ ਕਿ ਦੇਖੋ ਕੂੜ ਤਾਂ ਹੈ, ਪਰ ਸੱਚ ਦੀ ਸਮਝ ਕਿਵੇਂ ਪਵੇ? ਅਗਲੇ ਸ਼ਲੋਕ ਵਿੱਚ ਸਤਿਗੁਰੂ ਨੇ ਦੇਖੋ ਇੱਕ ਇੱਕ ਤੁਕ ਵਾਚਨ ਵਾਲੀ, ਇਹ ਸ਼ਲੋਕ ਪੂਰਾ ਜੀਵਨ ਹੈ ਜੀ,
ਕਿ ਸਚਿਆਰ ਪੁਰਸ਼ ਦੀ ਜ਼ਿੰਦਗੀ ਕੀ ਹੈ। ਅਸੀਂ ਜਿਵੇਂ ਇਹ ਪਾਠ ਵੀ ਕੀਤਾ, ਪਹਿਲੀ ਤੋਕੀ ਹੈ ਕਿ ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਮੇਰੀ ਬੇਨਤੀ ਹੈ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ, ਪਹਿਲੀ ਬਾਣੀ ਜਪਜੀ ਸਾਹਿਬ ਹੈ, ਜਪ ਨਿਸ਼ਾਨ ਤਤਕਰੇ ਵਿੱਚ ਹੈ। ਪਹਿਲੀ ਪੌੜੀ ਨੇ ਸਾਡੀ ਜੋ ਮੰਜ਼ਿਲ ਮਿੱਥੀ ਬਾਣੀ ਪੜ੍ਹਨ ਵਾਲੇ ਲੋਕਾਂ ਲਈ, ਇਉਂ ਕਹਿ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜੋ ਪਹਿਲਾ ਉਪਦੇਸ਼ ਸਾਰੀ ਮਾਨਵਤਾ ਨੂੰ ਦਿੱਤਾ, ਉਹ ਸਭ ਤੋਂ ਪਹਿਲੀ ਗੱਲ ਇਹ ਕਹੀ ਕਿ ਕੂੜ ਦੀ ਪਾਲ ਟੁੱਟ ਜਾਏ। ਕਿਉਂਕਿ ਇੱਥੇ ਵੀ ਸ਼ਲੋਕ ਕੂੜ ਦਾ ਹੈ, ਅੱਗੇ ਸਚਿਆਰਤਾ ਦਾ। ਕੂੜ ਦੀ ਪਾਲ ਟੁੱਟ ਜਾਏ ਤੇ ਸਚਿਆਰ ਕਿਵੇਂ ਹੋ ਸਕੀਏ। ਭਾਵਾਂ ਉਹਦੇ ਵਿੱਚ ਸਤਿਗੁਰੂ ਨੇ ਬੜੇ ਸੰਖੇਪ ਤਰੀਕੇ ਨਾਲ ਦੱਸ ਵੀ ਦਿੱਤਾ ਸਚਿਆਰਤਾ ਕਿਵੇਂ ਹੈ। ਜਿਵੇਂ ਹਜ਼ੂਰ ਦੀ ਅੰਮ੍ਰਿਤ ਬਾਣੀ 'ਚ ਅਸੀਂ ਇਹ ਬਚਨ ਪੜ੍ਹਨੇ ਖਾਂ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਹਾਲ। ਉਸੇ ਸਚਿਆਰਤਾ ਦੀ ਗੱਲ ਅੱਜ ਗੁਰਦੇਵ ਇਸ ਦੂਜੇ ਸ਼ਲੋਕ 'ਚ ਕਰ ਰਹੇ ਨੇ ਕਿ ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਮਹਾਰਾਜ ਜੀ ਦੇ ਬੋਲ ਕਹਿਣ ਲੱਗੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਰ ਪਹਿਲੀ ਮੰਜ਼ਿਲ ਜਿਹੜੀ ਗੁਰਦੇਵ ਨੇ ਮਿੱਥੀ ਉਹ ਹੈ ਸਚਿਆਰਤਾ ਦੀ। ਸੱਚ ਕਿਵੇਂ ਪੱਲੇ ਪੈ ਜਾਏ, ਕਿਵੇਂ ਸੱਚ ਹੋ ਸਕੀ। ਅਗਲੀ ਬੇਨਤੀ ਦਾਸ ਕਰੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹਦੇ ਜਿਹੜਾ ਲਫ਼ਜ਼ ਆਇਆ ਸੱਚ, ਇਹ ਦੋ ਗੱਲਾਂ ਨੇ ਸਮਝਣ ਵਾਲੀਆਂ। ਇੱਕ ਹੈ ਇਖਲਾਕੀ ਤੌਰ ਤੇ ਬੋਲਿਆ ਹੋਇਆ ਸੱਚ, ਫਿਰ ਬੇਨਤੀ ਸੁਣਿਓ। ਇੱਕ ਹੈ ਰਸਕ ਸੱਚ। ਇਖਲਾਕੀ ਤੌਰ ਤੇ ਬੋਲਿਆ ਹੋਇਆ ਸੱਚ ਉਹ ਹੋ ਸਕਦਾ ਹੈ ਸਿਰਫ ਇਨਸਾਨ ਪ੍ਰਭਾਵ ਪਾਉਣ ਦੇ ਲਈ, ਕਿਸੇ ਉੱਪਰ ਆਪਣੀ ਗੱਲ ਨੂੰ ਚੰਗੀ ਤਰ੍ਹਾਂ ਪਰਪੱਕ ਕਰਾਉਣ ਦੇ ਲਈ ਇਹ ਸ਼ਬਦ ਵਰਤੇ, ਮੈਂ ਸੱਚ ਬੋਲਦਾ ਹਾਂ। ਪਰ ਇੱਕ ਹੈ ਉਹ ਰਸਕ ਸੱਚ ਜਿਹਨੂੰ ਨਾਮ ਕਹਿੰਦੇ ਆ, ਸਿਮਰਨ ਕਹਿੰਦੇ ਆ। ਕਈ ਵਾਰੀ ਬੰਦੇ ਨੈਤਿਕ ਤੌਰ ਤੇ ਸੱਚ ਬੋਲਦੇ ਆ, ਮਾੜੀ ਗੱਲ ਨਹੀਂ, ਉਹ ਇੱਕ ਬੜਾ ਵੱਡਾ ਗੁਣ ਹੈ ਕਿ ਨੈਤਿਕ ਤੌਰ ਤੇ ਸੱਚ ਬੋਲਣਾ। ਪਰ ਅੰਦਰ ਨਾਮ ਸੱਚ ਦਾ ਨਿਵਾਸ ਹੋ ਜਾਣਾ, ਇਹ ਪਿਆਰਿਓ ਤਾਂ ਸਚਿਆਰਤਾ ਆਏਗੀ। ਫਿਰ ਬੇਨਤੀ ਸੁਣੋ, ਮੰਨ ਲਓ ਇੱਕ ਬੰਦਾ ਦੁਕਾਨ ਤੇ ਬੈਠਾ ਕਿਰਤਕਾਰ ਕਰਦਾ ਹੈ, ਉਹ ਆਪਣੀ ਜ਼ਬਾਨ ਦੇ ਨਾਲ ਸੱਚ ਬੋਲਦਾ ਹੈ, ਨੈਤਿਕ ਤੌਰ ਤੇ ਬੜਾ ਚੰਗਾ ਹੈ, ਪਰ ਹੋ ਸਕਦਾ ਉਹਦੇ ਹਿਰਦੇ ਵਿੱਚ ਸੱਚਾ ਨਾਮ ਨਾ ਹੋਵੇ। ਬੋਲ ਰਿਹਾ ਜ਼ਰੂਰ ਉਹ ਸੱਚ, ਨੈਤਿਕ ਸੱਚ ਕਹਿ ਰਿਹਾ, ਸਮਾਜ ਵਿੱਚ ਵਰਤਨ ਲਈ ਸੱਚ ਕਹਿ ਰਿਹਾ, ਇਮਾਨਦਾਰੀ ਵਾਲਾ ਸੱਚ ਕਹਿ ਰਿਹਾ, ਪਰ ਹਿਰਦੇ ਵਿੱਚ ਨਾਮ ਰਸਕ ਸੱਚ, ਉਹ ਸੱਚ ਜਿਹੜਾ ਸੱਚ ਸਾਡੇ ਅੰਦਰ ਦੀ ਹਰ ਕਮਜ਼ੋਰੀ ਦਾ ਖਾਤਮਾ ਕਰਦਾ ਹੈ। ਉਹ ਸੱਚ ਜਿਹੜਾ ਅੰਦਰ ਦੇ ਪਾਪਾਂ ਨੂੰ ਧੋ ਕੇ ਸਾਡੇ ਜਿਸਮ ਤੋਂ ਬਾਹਰ ਕੱਢ ਦੇਵੇ। ਜਿਵੇਂ ਮੈਂ ਉਦਾਹਰਨ ਦਿੱਤੀ, ਇੱਕ ਬੰਦਾ ਦੁਕਾਨ ਤੇ ਬੈਠਾ ਨੈਤਿਕ ਸੱਚ ਬੋਲ ਰਿਹਾ, ਹੋ ਸਕਦਾ ਉਹਦਾ ਇੱਕ ਪੱਖ ਹੈ ਸੱਚ ਬੋਲਣ ਦਾ, ਪਰ ਦੂਜੀ ਕਮਜ਼ੋਰੀ ਹੋ ਸਕਦੀ ਹੈ। ਉਹ ਬੰਦਾ ਕਿਸੇ ਦੇ ਪ੍ਰਤੀ, ਦੂਜੇ ਪ੍ਰਤੀ ਬੇਈਮਾਨ ਵੀ ਹੋ ਸਕਦਾ ਉਹਦੇ ਅੰਦਰ ਨਿੰਦਿਆ ਕਰਨ ਦੀ ਆਦਤ ਹੋਵੇ, ਉਸ ਅੰਦਰ ਚੁਗਲੀ ਸੁਣਨ ਦੀ ਆਦਤ ਹੋਵੇ, ਹੋ ਸਕਦਾ ਉਸ ਦੇ ਅੰਦਰ ਪਰਾਇਆ ਰੂਪ ਰਵਣ ਦੀ ਦੇਖਣ ਦੀ ਆਦਤ ਹੋਵੇ, ਪਰ ਉਹ ਸੱਚ ਸੰਪੂਰਨ ਨਹੀਂ। ਉਹਨੇ ਨੈਤਿਕ ਤੌਰ ਤੇ, ਵਕਤੀ ਤੌਰ ਤੇ ਸੱਚ ਬੋਲਿਆ, ਪਰ ਬੇਨਤੀ ਹੈ ਉਹਦੇ ਅੰਦਰ ਉਹ ਸੱਚ ਨਹੀਂ। ਅਗਲੀ ਗੱਲ ਮੈਂ ਫਿਰ ਬੇਨਤੀ ਕਰਾਂਗਾ ਸੱਚ ਲਫ਼ਜ਼ ਬਾਰੇ ਕਿ ਅਸਲ 'ਚ ਜਿਹੜੇ ਇਹ ਸੱਚ ਦੀ ਗੱਲ ਕੀਤੀ ਹੈ, ਇਹ ਉਹ ਸੱਚ ਹੈ ਕਿ ਜਿਹੜਾ ਅਦ੍ਰਿਸ਼ਟ, ਅਬਦਲ ਤੇ ਸਦੀਵ ਰਹਿਣ ਵਾਲਾ ਹੈ। ਹੁਣ ਜਿਹੜਾ ਅੱਜ ਸੱਚ ਸਾਨੂੰ ਦਿਸ ਰਿਹਾ, ਮੈਂ ਪਿਛਲੇ ਦਿਨੀ ਆਸ਼ਾ ਕੀ ਵਾਰ ਦੀ ਵਿੱਚ ਹੀ ਵਿਚਾਰ ਕੀਤੇ, ਜਿਹੜਾ ਅੱਜ ਮੈਨੂੰ ਸੱਚ ਦਿਸ ਰਿਹਾ ਉਹ ਕੱਲ੍ਹ ਨੂੰ ਝੂਠ ਹੋ ਜਾਏਗਾ। ਜਿਵੇਂ ਅਸੀਂ ਉਦਾਹਰਨ ਲਈ ਕਿ ਮੰਨ ਲਓ ਕਿ ਅੱਜ ਹੁਣ ਦਿਨੇ ਸੂਰਜ ਬਾਹਰ ਨਿਕਲਿਆ, ਇਹ ਸੱਚ ਹੈ, ਪਰ ਇਹ ਸੱਚ ਇਸ ਸ਼ਾਮ ਤੱਕ ਸੱਚ ਹੈ। ਇਸ ਸੱਚ ਨੇ ਰਾਤ ਨੂੰ 9 ਵਜੇ ਝੂਠ ਬਣ ਜਾਣਾ ਹੈ। ਜਿਹੜਾ ਦਿਸਦਾ ਸੂਰਜ ਹੈ ਉਹਨੇ ਹਨੇਰੇ ਦੇ ਵਿੱਚ, ਇਹ ਧਰਤੀ ਨੇ, ਹਨੇਰੇ ਨੇ ਇਸ ਹਿੱਸੇ ਨੂੰ ਢੱਕ ਲੈਣਾ ਜ਼ਮੀਨ ਦੇ ਨੂੰ। ਇਹ ਸੂਰਜ ਸੱਚ ਹੈ, ਪਰ ਪਿਆਰਿਓ ਕੁਝ ਸਮੇਂ ਬਾਅਦ ਇੱਥੇ ਹਨੇਰਾ ਪਸਰੇਗਾ। ਸੱਚ ਹੈ ਗਰਮੀ ਹੈ, ਪਰ ਇਹ ਸੱਚ ਸਥਿਰ ਨਹੀਂ। ਇਹ ਗਰਮੀ ਦੀ ਥਾਂ ਸਰਦੀ ਆਏਗੀ। ਅੱਜ ਮੈਂ ਤੰਦਰੁਸਤ ਹਾਂ, ਇਹ ਸੱਚ ਹੈ, ਪਰ ਸਥਿਰ ਨਹੀਂ। ਇਸ ਤੰਦਰੁਸਤੀ ਦੀ ਥਾਂ ਰੋਗ ਵੀ ਆ ਸਕਦਾ ਹੈ। ਅੱਜ ਮੇਰੇ ਕੋਲ
ਸੁੱਖ ਹੈ, ਕਿਉਂਕਿ ਉਹ ਸੱਚ ਨਹੀਂ ਜਿਹੜਾ ਵਿਰੋਧਾਭਾਸ ਹੈ। ਅੱਜ ਮੇਰੇ ਕੋਲ ਖੁਸ਼ੀ ਹੈ, ਕੱਲ ਨੂੰ ਇਹ ਸੱਚ ਖੁਸ਼ੀ ਵਾਲਾ ਗਮੀ 'ਚ ਬਦਲ ਜਾਏਗਾ। ਇਹਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ, ਜਨਮੰਗ ਤਾਂ ਮਰਨੰ, ਹਰਕੰਗ ਤਾਂ ਸੋਗੰ, ਭੋਗੰਗ ਤਾਂ ਰੋਗੰ। ਇਹ ਦੇਖੋ ਸ਼ਬਦ ਸੁਣਨ ਵਾਲੇ ਨੇ। ਜਨਮ ਹੈ, ਇਹ ਸੱਚੇ ਇਨਸਾਨ ਦੀ ਪੈਦਾਇਸ਼ ਹੋਈ, ਪਰ ਇਹ ਸੱਚ ਇੱਕ ਦਿਨ ਕੂੜ 'ਚ ਬਦਲੇਗਾ। ਜਿਹੜਾ ਦਿਸਦਾ ਪਿਆ ਇਹਦੀ ਮੌਤ ਹੋ ਜਾਏਗੀ। ਇਸ ਤਰ੍ਹਾਂ ਰੱਬ ਸੱਚ ਨਹੀਂ। ਫਿਰ ਬੇਨਤੀ ਸੁਣਿਓ, ਗੱਲ ਬਰੀਕ ਹੈ ਕਿ ਜਿਹੜਾ ਅੱਜ ਵਜੂਦ ਦਿਸਦਾ ਉਹ ਸੱਚ ਹੈ, ਪਰ ਕੱਲ ਨੂੰ ਉਹ ਸੱਚ ਨੇ ਝੂਠ ਬਦਲ ਜਾਣਾ। ਜਿਵੇਂ ਅਸੀਂ ਪੜ੍ਹਿਆ ਕਿ ਕੂੜ ਕਾਇਆ, ਕੂੜ ਕੱਪੜ, ਕੂੜ ਪਹਿਨਣ ਖਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ। ਜਿਹੜਾ ਵਜੂਦ ਅੱਜ ਦਿਸ ਰਿਹਾ ਸੱਚ ਕਿ ਬੇਟਾ ਹੈ, ਪਤਨੀ ਹੈ, ਮਕਾਨ ਹੈ, ਦੁਕਾਨ ਹੈ, ਪਰ ਇਸ ਸੱਚ ਨੇ ਕੂੜ 'ਚ ਬਦਲ ਜਾਣਾ, ਝੂਠ 'ਚ ਬਦਲ ਜਾਣਾ। ਪਰ ਪਰਮਾਤਮਾ ਬਾਰੇ ਐਸਾ ਨਹੀਂ ਕਿ ਅੱਜ ਸੱਚ ਹੈ ਕਿ ਕੁਝ ਯੁਗਾਂ ਬਾਅਦ ਉਹ ਝੂਠ ਬਣ ਜਾਏਗਾ। ਨਹੀਂ, ਪਰਮਾਤਮਾ ਵਿਰੋਧਾਭਾਸੀ ਸੱਚ ਨਹੀਂ। ਵਿਰੋਧਾਭਾਸੀ ਸੱਚ ਦਾ ਮਤਲਬ ਕਿ ਜਿਹੜਾ ਅੱਜ ਸੱਚ ਹੈ ਕੱਲ ਨੂੰ ਝੂਠ ਹੋ ਜਾਏ। ਫਿਰ ਬੇਨਤੀ ਕਰਾਂਗਾ, ਇਹਨੂੰ ਸੁਣਿਓ ਕਿ ਅੱਜ ਸੂਰਜ ਸੱਤ ਹੈ, ਪਰ ਕੱਲ ਨੂੰ ਨਹੀਂ ਰਹੇਗਾ। ਇਹ ਸੱਤ ਨਹੀਂ। ਅੱਜ ਮੇਰੇ ਕੋਲ ਸੁੱਖ ਹੈ, ਸੱਚ ਹੈ, ਇਹ ਨਹੀਂ ਰਹੇਗਾ, ਦੁੱਖ ਹੈ। ਇਹਨੂੰ ਥੋੜ੍ਹਾ ਜਿਹਾ ਇਉਂ ਸਮਝ ਲਈਏ, ਗੁਰੂ ਨਾਨਕ ਸਾਹਿਬ ਨੇ ਸੱਚ ਸ਼ਬਦ ਦਰਅਸਲ ਉਸ ਹੋਂਦ ਨੂੰ, ਉਸ ਹਸਤੀ ਨੂੰ ਸਵੀਕਾਰਿਆ ਜਿਹੜਾ ਸਮੇਂ ਕਾਲ ਦੇ ਪਰਦੇ ਨੂੰ ਪਾੜ ਕੇ ਸਦੀਵ ਕਾਲ ਵਾਸਤੇ ਰਹਿੰਦਾ ਹੈ। ਉਹਨੂੰ ਸਤਿਗੁਰੂ ਨੇ ਕਿਹਾ ਉਹ ਸੱਚ ਹੈ, ਉਹ ਅਬਦਲ ਹੈ, ਉਹ ਅਚਲ ਹੈ, ਉਹ ਅਬਨਾਸ਼ੀ ਹੈ। ਉਸ ਸੱਚ ਨਾਲ ਜਦੋਂ ਕੋਈ ਜੁੜ ਜਾਂਦਾ ਹੈ, ਸੱਚ ਐਵੇਂ ਉਦੋਂ ਹੀ ਅੰਦਰੋਂ ਸੱਚ ਪ੍ਰਗਟ ਹੁੰਦਾ ਹੈ। ਜਦੋਂ ਅੰਦਰੋਂ ਸੱਚ ਆ ਜਾਏ ਤੇ ਫਿਰ ਜਿੰਨੇ ਔਗਣ ਨੇ, ਜਿੰਨੇ ਆ ਬਿਮਾਰੀਆਂ ਨੇ ਵਕਾਰਾਂ ਵਾਸ਼ਨਾ ਦੀਆਂ, ਉਹ ਆਪਣੇ ਆਪ ਛੱਡ ਜਾਂਦੀਆਂ ਨੇ। ਸਤਿਗੁਰੂ ਦੀ ਅੰਮ੍ਰਿਤ ਬਾਣੀ 'ਚ ਮਹਾਰਾਜ ਜੀ ਨੇ ਉਸ ਸੱਚ ਦੀ ਗੱਲ ਕਰਦਿਆਂ ਇੱਕ ਸ਼ਬਦ ਵਰਤਿਆ, ਨਾਨਕ ਸਾਚੇ ਕੋ ਸੱਚ ਜਾਣ। ਇਹ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਕਿ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ, ਮੱਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਉੱਥੇ ਮਹਾਰਾਜ ਕਹਿੰਦੇ ਨਾਨਕ ਸਾਚੇ ਕੋ ਸੱਚ ਜਾਣ। ਕੌਣ ਸੱਚ? ਸਾਚੇ ਕੋ ਦਰ ਤੇ ਜਿਹੜੇ ਸੱਚੇ ਪਰਮਾਤਮਾ ਨੇ ਸਦਾ ਰਹਿਣਾ ਹੈ, ਉਹ ਉਸ ਨੂੰ ਸੱਚ ਜਾਣ, ਉਹਨੇ ਸਥਿਰ ਰਹਿਣਾ। ਉਹ ਹੀ ਸੱਚ ਹੈ ਜਿਹਨੂੰ ਗੁਰੂ ਸਾਹਿਬ ਕਹਿ ਰਹੇ ਨੇ, ਸੱਚ ਤਾਂ ਬਰ ਜਾਣੀਏ ਜਾਂ ਹਿਰਦੈ ਸੱਚਾ ਹੋਏ। ਨਾਨਕ ਸਾਚੇ ਕੋ ਸੱਚ ਜਾਣ। ਥੋੜ੍ਹਾ ਜਿਹਾ ਹੋਰ ਜੇ ਬਾਣੀ 'ਚ ਦੇਖੀਏ ਤੇ ਸਤਿਗੁਰੂ ਨੇ ਬਾਣੀ 'ਚ ਬਖਸ਼ਿਸ਼ ਹੋਰ ਵੀ ਕੀਤੀ ਹੈ ਕਿ ਸੱਚ ਨਾਮ ਤੇਰਾ ਪਰਮੇਸ਼ਰਾ। ਅਸੀਂ ਬਾਣੀ 'ਚ ਪੜ੍ਹਨੇ ਹਾਂ ਜਾਂ ਅਸੀਂ ਜਪ ਤਾਂ ਸ਼ੁਰੂ ਹੀ ਇੱਥੋਂ ਕਰਨੇ ਹਾਂ ਕਿ ਆਦ ਸੱਚ। ਹੁਣ ਉਹ ਤਾਂ ਸੱਚ ਉਦੋਂ ਵੀ ਜਦੋਂ ਸੱਤ ਲਫ਼ਜ਼ ਵੀ ਨਹੀਂ ਬਣਿਆ, ਜਦੋਂ ਸੱਚ ਸ਼ਬਦ ਹੈ ਹੀ ਨਹੀਂ ਸੀ, ਵਿਆਕਰਣ ਜਦੋਂ ਬੋਲੀ ਨਹੀਂ, ਕੋਈ ਚੀਜ਼ ਵੀ ਨਹੀਂ। ਸੱਚ ਉਸ ਪਰਮਾਤਮਾ ਦੀ ਆਪਣੀ ਹੋਂਦ ਹੈ। ਉਹਨੂੰ ਸਾਹਿਬ ਨੇ ਕਿਹਾ ਆਦ ਸੱਚ। ਇੱਥੇ ਉਸ ਸੱਚ ਦਾ ਜ਼ਿਕਰ ਕੀਤਾ ਗਿਆ ਹੈ, ਕੇਵਲ ਇਖਲਾਕੀ ਸੱਚ ਤੇ ਬੋਲਣਾ। ਮੰਨ ਲਓ ਜਿੱਦਣ ਸੰਸਾਰ ਪੈਦਾ ਹੋਇਆ ਲੋਕ ਸੱਚ ਦੇ ਧਾਰਨੀ ਹੋਏ। ਇਹ ਨੈਤਿਕ ਸੱਚ ਦ੍ਰਿਸ਼ਟਮਾਨ ਸੰਸਾਰ ਵਿੱਚ ਬਣਿਆ ਹੈ, ਪਰ ਉਹ ਸੱਚ ਜਿਹਦਾ ਜ਼ਿਕਰ ਬਾਬਾ ਜੀ ਕਰ ਰਹੇ ਨੇ, ਉਹ ਸੱਚ ਉਦੋਂ ਵੀ ਸੀ ਜਦੋਂ ਸੱਚ ਬੋਲਣ ਵਾਲੇ ਪੈਦਾ ਵੀ ਨਹੀਂ ਸਨ ਹੋਏ। ਉਹ ਸੱਚ ਉਦੋਂ ਵੀ ਸੀ ਜਦੋਂ ਧਰਮ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਹ ਸੱਚ ਉਦੋਂ ਵੀ ਸੀ ਜਦੋਂ ਅਵਤਾਰੀ ਪੁਰਸ਼ ਕੋਈ ਨਹੀਂ ਸੀ। ਉਹ ਸੱਚ ਉਦੋਂ ਵੀ ਸੀ ਜਦੋਂ ਧਰਮ ਗ੍ਰੰਥ ਕੋਈ ਨਹੀਂ ਸਨ। ਮੇਰੇ ਕਹਿਣ ਤੋਂ ਮੁਰਾਦ ਉਸ ਸੱਚ ਨੂੰ ਬਾਣੀ ਨੇ ਕਿਹਾ ਕਿ ਉਹ ਆਦ ਤੋਂ ਸੱਚ। ਜਿਵੇਂ ਸੀ ਮੈਂ ਅਰਜ਼ ਕੀਤੀ ਜਪ ਦਾ ਪਹਿਲਾ ਅੰਮ੍ਰਿਤ ਬਚਨ ਕਿ ਆਦ ਸੱਚ, ਉਹ ਮੁੱਢ ਤੋਂ ਸੱਚ। ਮੁੱਢ ਦਾ ਅਰਥ ਸੰਸਾਰ ਦੀ ਹੋਂਦ ਤੋਂ ਪਹਿਲਾਂ ਸੱਚ। ਜੁਗਾਦ ਸੱਚ, ਸਮੇਂ ਦੇ ਚਾਲ ਤੋਂ ਪਹਿਲਾਂ ਸੱਚ ਹੈ ਵੀ ਸੱਚ, ਉਹ ਅੱਜ ਵੀ ਸੱਚ। ਤੇ ਮਹਾਰਾਜ ਜੀ ਨੇ ਕਿਹਾ ਨਾਨਕ ਹੋਸੀ ਵੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ। ਇਸ ਕਰਕੇ ਮੈਂ ਕਿਹਾ ਜਿਹੜਾ ਅੱਜ ਸੱਚ ਹੈ ਜੋ ਦਿਸ ਰਿਹਾ ਹੈ, ਇਹਨੇ ਕੱਲ ਨੂੰ ਝੂਠ ਹੋ ਜਾਣਾ ਹੈ, ਕੂੜ ਹੋ ਜਾਣਾ ਹੈ। ਪਰ ਪਾਰ ਬ੍ਰਹਮ ਪਰਮੇਸ਼ਵਰ ਐਸੇ ਨੇ ਕਿ ਜਿਹੜਾ ਆਦ ਸੱਚ ਸਭ ਕੁਝ ਬਿਨਸਨ ਤੋਂ ਬਾਅਦ ਵੀ ਸਦੀਵ ਕਾਲ ਲਈ ਰਹੇਗਾ। ਮੇਰੀ ਫਿਰ ਬੇਨਤੀ ਹੈ ਕਿਉਂ ਮੈਂ ਕਿ ਸੱਚ ਲਫ਼ਜ਼ ਬਾਰੇ ਕਹਿ ਰਿਹਾ ਹਾਂ, ਉਹ ਜਿਹੜਾ ਸੱਚ ਹੈ ਉਹਨੂੰ ਸੱਚ ਜਾਣ ਕੇ ਜਦੋਂ ਕੋਈ ਬੰਦਗੀ ਕਰਦਾ ਹੈ ਫਿਰ ਉਹਦਾ ਸੰਬੰਧ ਉਸ ਸੱਚ ਨਾਲ ਬਣਦਾ ਹੈ। ਉਹ ਸੱਚ ਅੰਦਰ ਦੀਆਂ ਜਿੰਨੀਆਂ ਬਿਮਾਰੀਆਂ ਨੇ ਉਹਨਾਂ ਦਾ ਇਲਾਜ, ਉਹਨਾਂ ਦਾ ਦਾਰੂ ਉਹ ਸੱਚ ਹੈ। ਇਹ ਵੀ ਹਕੀਕਤ ਹੈ
ਕਿ ਉਹ ਸੱਚ, ਉਸ ਵਿੱਚ ਝੂਠ ਨਹੀਂ ਟਿਕ ਸਕਦਾ। ਅੱਜ ਵੀ ਤੁਸੀਂ ਦੇਖੋ, ਜਦੋਂ ਕਿਸੇ ਅੰਦਰ ਉਹ ਸੱਚ ਪੈਦਾ ਹੁੰਦਾ, ਅਸੀਂ ਆਸਾ ਕੀ ਵਾਰ ਨੂੰ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਜਦੋਂ ਮਹਾਰਾਜ ਜੋ ਸੱਚ ਕਹਿੰਦੇ ਨੇ, ਤੇ ਝੂਠੇ ਬੰਦੇ ਕਦੀ ਸੱਚ ਨੂੰ ਬਰਦਾਸ਼ਤ ਨਹੀਂ ਕਰਦੇ। ਕੂੜੇ ਇਨਸਾਨ, ਕਪਟੀ ਇਨਸਾਨ, ਝੂਠ ਬੋਲਣ ਵਾਲੇ, ਉਹਨਾਂ ਨੂੰ ਸੱਚ ਭਾਉਂਦਾ ਹੀ ਨਹੀਂ। ਇਸੇ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਵੀ ਕਹੇ ਕਿ ਕਹਿਣ ਲੱਗੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜਦੋਂ ਕੋਈ ਸੱਚਾਈ ਬੋਲਦਾ ਹੈ ਉਸ ਪਰਮ ਸੱਚ ਨਾਲ ਜੁੜ ਕੇ, ਤੇ ਝੂਠਾ ਬੰਦਾ, ਉਹਨੂੰ ਉਹ ਸੱਚ ਭਾਉਂਦਾ ਨਹੀਂ। ਝੂਠ ਤੇ ਸੱਚ ਕਦੀ ਇਕੱਠੇ ਨਹੀਂ ਰਹਿ ਸਕਦੇ। ਇਹ ਕੂੜ ਦਾ ਜਿਹੜਾ ਸ਼ਲੋਕ ਉੱਪਰ ਵਾਲਾ ਕਿਹਾ, ਇਹ ਤਾਂ ਜਾਏਗਾ ਜੇ ਸੱਚ ਦਾਰੂ ਹੋਵੇਗਾ। ਸੱਚ ਕੋਈ ਬੋਲੇ ਝੂਠੇ ਨੂੰ ਭਾਉਂਦਾ ਨਹੀਂ। ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਕਿ ਗੁਰੂ ਕੋਲ ਸੱਚ ਹੀ ਹੈ, ਪਰਮ ਸੱਚ, ਆਦ ਸੱਚ, ਜਿਹਨੂੰ ਸਾਹਿਬ ਨੇ ਕਿਹਾ ਕਿ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਸਦੀਵ ਕਾਰ ਰਹਿਣ ਵਾਲਾ, ਸਦੀਵ ਬਖਸ਼ਾਂ ਵਰਤਣ ਵਾਲਾ, ਉਹ ਸੱਚ ਹੈ। ਹੁਣ ਉਹ ਸੱਚ ਜਦੋਂ ਵਰਤਦਾ ਹੈ, ਕੂੜੇ ਬੰਦਿਆਂ ਨੂੰ ਭਾਉਂਦਾ ਨਹੀਂ। ਜਿਵੇਂ ਗੁਰੂ ਰਾਮਦਾਸ ਜੀ ਦਾ ਇੱਕ ਬੋਲ ਹੈ ਜੀ, ਕਿ ਗੁਰੂ ਦੇ ਕੋਲ ਸਚਿਆਰ ਪੁਰਸ਼ ਇਕੱਠੇ ਹੋ ਜਾਂਦੇ ਨੇ, ਸਚਾਈ ਨੂੰ ਮੁਹੱਬਤ ਕਰਨ ਵਾਲੇ ਆਉਂਦੇ ਨੇ। ਤੇ ਕੀ ਅਸੀਂ ਦੇਖਦੇ ਹਾਂ ਕਿ ਸਚਿਆਰ ਪੁਰਸ਼ ਜਿਹੜੇ ਨੇ ਉਹ ਬਾਣੀ ਸੁਣਦੇ ਨੇ, ਗੁਰੂ ਦੇ ਬੋਲ ਸੁਣਦੇ ਨੇ, ਪਰ ਜਿਨ੍ਹਾਂ ਲੋਕਾਂ ਦਾ ਅੰਦਰ ਕਠੋਰ ਹੈ, ਉਹ ਕਿਤੇ ਭੁੱਲ ਕੇ ਸਚਿਆਰਤਾ ਦੀ ਸੰਗਤ ਵਿੱਚ ਆ ਜਾਣ, ਉਹ ਵਲ ਛਲ ਕਰਦੇ ਨੇ, ਵਕਤ ਨਿਕਲੇ, ਇੱਥੋਂ ਨਿਕਲੀਏ ਬਾਹਰ। ਤੇ ਗੁਰੂ ਰਾਮਦਾਸ ਕਹਿੰਦੇ ਨੇ, ਦੁਨੀਆ ਦੇ ਲੋਗੋ, ਇਹ ਆਪਣੇ ਅੰਦਰ ਨਾਲ ਫੈਸਲਾ ਕਰਕੇ ਦੇਖ ਲਓ, ਸੱਚ ਦੇ ਵਿੱਚ ਕਦੀ ਵੀ ਕੂੜ ਨਹੀਂ ਸਮਾ ਸਕਦਾ। ਸਤਿਗੁਰੂ ਦਾ ਚਲੋ ਬੋਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨ ਸਤਿਗੁਰ ਪਾਸ। ਉਥੈ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਭਾਈ ਸੱਜਣੋ, ਇਹ ਸੱਚ ਹੈ। ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨ ਸਤਿਗੁਰ ਪਾਸ। ਉਥੈ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਉਹ ਵਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਮਹਾਰਾਜ ਕਹਿੰਦੇ ਦਾ ਕਾਰਨ ਹੈ ਕਿ ਵਿੱਚ ਸੱਚੇ ਕੂੜ ਨਾ ਗੱਡਈ। ਸੱਚ ਦੇ ਵਿੱਚ ਕਦੀ ਝੂਠ ਸਮਾ ਨਹੀਂ ਸਕਦਾ, ਕਿਉਂਕਿ ਝੂਠ ਜਿਹੜਾ ਹੈ ਉਹ ਕਿਉਂ ਨਹੀਂ ਸਮਾ ਸਕਦਾ। ਚਲੋ ਇਹਦੇ ਸੰਬੰਧੀ ਮੈਂ ਇੱਕ ਬੇਨਤੀ ਹੋਰ ਕਰ ਦੇਣਾ, ਚਲੋ ਸੌਖਾ ਹੋ ਜਾਏਗਾ ਇਸ ਸੱਚ ਸ਼ਬਦ ਦੀ ਵਿਆਖਿਆ ਲਈ। ਹਾਲਾਂਕਿ ਮੈਂ ਲਫ਼ਜ਼ ਸੱਚ ਦੀ ਵਿਆਖਿਆ ਕਹਿ ਰਿਹਾ, ਪਰ ਕੌਣ ਜੰਮਿਆ ਉਸ ਪਰਮ ਸੱਤ ਦੀ ਵਿਆਖਿਆ ਕਰਨ ਵਾਲਾ। ਵਿੱਚ ਸੱਚੇ ਕੂੜ ਨਾ ਗੱਡੇ, ਸੱਚ ਦੇ ਵਿੱਚ ਝੂਠ ਨਹੀਂ ਸਮਾ ਸਕਦਾ। ਕਿਵੇਂ ਨਹੀਂ ਸਮਾ ਸਕਦਾ? ਇਹਨੂੰ ਸਮਝਣ ਲਈ ਭਾਈ ਗੁਰਦਾਸ ਸਾਹਿਬ ਨੂੰ ਸਾਨੂੰ ਪੜ੍ਹਨਾ ਪਏਗਾ। ਉਹਨਾਂ ਦਾ ਇੱਕ ਬੋਲ ਹੈ, ਉਹਨਾਂ ਦੀ ਰਚਨਾ 'ਚ ਇੱਕ ਪੌੜੀ ਹੈ। ਉਹ ਕਹਿੰਦੇ ਨੇ, ਇਨਸਾਨ ਦੀਆਂ ਅੱਖਾਂ ਪਰਮਾਤਮਾ ਨੇ ਦੂਰੀ ਤੱਕ ਦੇਖਣ ਵਾਸਤੇ ਦ੍ਰਿਸ਼ਟੀ ਇਹਨਾਂ ਨੂੰ ਦਿੱਤੀ, ਪਰ ਜੇ ਇਨਸਾਨ ਦੀ ਅੱਖ ਦੇ ਵਿੱਚ ਇੱਕ ਕੱਖ ਪੈ ਜਾਏ, ਛੋਟਾ ਜਿਹਾ ਕੋਈ ਰੇਤ ਦਾ ਕਣ ਪੈ ਜਾਏ, ਉਸ ਕੱਖ ਨਾਲ ਅੱਖ ਦੀ ਰਸਾਈ ਨਹੀਂ ਹੋ ਸਕਦੀ। ਅੱਖ ਉਹਨੂੰ ਆਪਣੇ ਅੰਦਰ ਸਮੋ ਸਕੇਗੀ? ਛੋਟੀ ਜੀ, ਮੈਂ ਕਹਿੰਦਾ ਮਿੱਟੀ ਦਾ ਜ਼ਰਰਾ ਕਣ ਪੈ ਜਾਏ, ਰੇਤ ਦਾ ਕਣ ਪੈ ਜਾਏ, ਅੱਖ ਨਹੀਂ ਬਰਦਾਸ਼ਤ ਕਰਦੀ ਉਸ ਨੂੰ ਆਪਣੇ ਵਿੱਚ। ਥੋੜ੍ਹਾ ਜਿਹਾ ਨਿੱਕਾ ਜਿਹਾ ਕੋਈ ਸਫ਼ਰ ਕਰਦਿਆਂ ਮੱਛਰ ਦਾ ਦਾਣਾ, ਇੱਕ ਜੀਵ ਨਿੱਕਾ ਜਿਹਾ ਪੈ ਜਾਏ, ਬਿਲਕੁਲ ਨਿੱਕਾ ਸੂਖਸ਼ਮ ਜਿਹਾ, ਅੱਖ ਉਹਨੂੰ ਬਰਦਾਸ਼ਤ ਨਹੀਂ ਕਰੇਗੀ, ਕਿਉਂਕਿ ਅੱਖ ਸੂਖਸ਼ਮ ਤੋਂ ਸੂਖਸ਼ਮ ਚੀਜ਼ ਵੀ ਆਪਣੇ ਵਿੱਚ ਬਰਦਾਸ਼ਤ ਨਹੀਂ ਕਰਦੀ। ਜਿਵੇਂ ਅੱਖ ਦੇ ਵਿੱਚ ਕੱਖ ਨਹੀਂ ਸਮਾ ਸਕਦੇ, ਅੱਖ ਦੇ ਵਿੱਚ ਰੇਤ ਦੇ ਕਣ ਨਹੀਂ ਸਮਾ ਸਕਦੇ, ਅੱਖ ਦੇ ਅੰਦਰ ਮਿੱਟੀ ਦੇ ਜ਼ਰਰੇ ਨਹੀਂ ਸਮਾ ਸਕਦੇ, ਅੱਖ ਦੇ ਅੰਦਰ ਨਿੱਕੇ ਤੋਂ ਨਿੱਕਾ ਜੀਵ ਨਹੀਂ ਸਮਾ ਸਕਦਾ। ਇਸੇ ਤਰ੍ਹਾਂ ਜਿੱਥੇ ਸੱਚ ਹੈ ਪਿਆਰਿਓ, ਹਕੀਕਤ ਹੈ, ਉੱਥੇ ਕੂੜ ਕਦੀ ਨਹੀਂ ਸਮਾ ਸਕਦਾ। ਦੂਜੀ ਬੇਨਤੀ, ਜਿਵੇਂ ਅੱਖ ਦੇ ਵਿੱਚ ਕੱਖ, ਇੱਕ ਇਨਸਾਨ ਭੋਜਨ ਖਾ ਰਿਹਾ, ਰੋਟੀ ਖਾ ਰਿਹਾ, ਭਾਈ ਸਾਹਿਬ ਕਹਿੰਦੇ ਨੇ ਉਹਦੇ ਅੰਦਰ ਅਚਨਚੇਤ ਕੋਈ ਮੱਖੀ ਚਲੀ ਜਾਂਦੀ ਹੈ, ਮੱਖ ਚਲਾ ਜਾਂਦਾ। ਸਿਆਣੇ ਲੋਕ ਕਹਿੰਦੇ ਨੇ ਕਿ ਭੋਜਨ ਕੀਮਤੀ ਹੋਵੇ ਤੇ ਇਨਸਾਨ ਭੋਜਨ ਦੇ ਰਾਹੀਂ ਮੱਖੀ ਅੰਦਰ ਚਲੀ ਜਾਏ, ਇੱਕੋ ਦਮ ਉਹਨੂੰ ਉਲਟੀ ਆਏਗੀ, ਉਹ ਕੀਮਤੀ ਪਕਵਾਨ ਵੀ ਅੰਦਰ ਨਹੀਂ ਪਾ ਸਕਦਾ, ਕਿਉਂਕਿ ਮੱਖ ਜਿਹੜਾ ਉਹ ਭੋਜਨ ਵਿੱਚ ਨਹੀਂ ਸਮਾ ਸਕਦਾ। ਤੀਸਰੀ ਬੇਨਤੀ ਕਰਾਂ, ਕਿਵੇਂ ਵਿੱਚ ਸੱਚ ਦੇ ਕੂੜ ਨਹੀਂ ਸਮਾਉਂਦਾ?
ਦੇਖੋ ਬਾਣੀ 'ਚ ਇਹ ਮਹਾਰਾਜ ਜੀ ਨੇ ਕਿਹਾ, ਮੈਂ ਤਾਂ ਉਦਾਹਰਨ ਦੇਣ ਲੱਗ ਪਿਆ। ਰੂੰ ਜਿਤਨਾ ਮਰਜ਼ੀ ਇਕੱਠਾ ਕਰ ਲਓ, ਕਰੋੜਾਂ ਗੰਢਾਂ ਰੂੰ ਦੀਆਂ ਹੋਣ, ਇੱਕ ਨਿੱਕੀ ਜੀ ਬਲਦੀ ਕੋਈ ਅੱਗ ਦੀ ਚਿੰਗਾੜੀ ਕਦੀ ਰੂੰ ਵਿੱਚ ਸਮਾ ਸਕਦੀ? ਕਦੀ ਵੀ ਨਹੀਂ। ਜਿਵੇਂ ਅੱਗ ਦੀ ਚਿੰਗਾਰੀ ਇੱਕ ਨਿੱਕੀ ਜੀ ਚਿਣਗ ਰੂੰ ਵਿੱਚ ਨਹੀਂ ਸਮਾ ਸਕਦੀ, ਪਿਆਰਿਓ ਸੱਚ ਇਹ ਵੇ, ਇਸੇ ਤਰ੍ਹਾਂ ਸੱਚ ਵਿੱਚ ਕਦੀ ਕੂੜ ਨਹੀਂ ਸਮਾ ਸਕਦਾ। ਫਿਰ ਬੇਨਤੀ ਕਿ ਇੱਕ ਪਾਤਸ਼ਾਹ, ਇੱਕ ਬਾਦਸ਼ਾਹ ਜਿਹੜਾ ਬਹੁਤ ਸਿਆਣਾ ਸੁਘੜ ਹੋਵੇ, ਉਹਨੂੰ ਕਹੀਏ ਤੂੰ ਜ਼ਹਿਰ ਵੀ ਖਾ ਲੈ ਤੇ ਰਾਜ ਵੀ ਕਰ, ਜਿਵੇਂ ਇੱਕ ਬਾਦਸ਼ਾਹ ਦੇ ਅੰਦਰ ਰੋਜ਼ਾਨਾ ਜ਼ਹਿਰ ਨਹੀਂ ਸਮਾ ਸਕਦਾ, ਜ਼ਹਿਰ ਉਹਦੀ ਮੌਤ ਕਰ ਦਿੰਦਾ ਹੈ। ਪਿਆਰਿਓ ਸੱਚ ਇਹ ਜੇ, ਇਸੇ ਤਰ੍ਹਾਂ ਸੱਚਾਈ ਵਿੱਚ, ਸੱਚ ਵਿੱਚ ਕਦੀ ਕੂੜ ਨਹੀਂ ਸਮਾ ਸਕਦਾ। ਚਲੋ ਮੈਂ ਉਦਾਹਰਨਾਂ ਭਾਈ ਸਾਹਿਬ ਦੀਆਂ ਦਿੱਤੀਆਂ ਨੇ ਕਿ ਸੱਚ ਸੰਪੂਰਨ ਨਿਰਮਲਾ, ਤਿਸ ਵਿੱਚ ਕੂੜ ਨਾ ਰਲਦਾ ਰਾਈ, ਵਿੱਚ ਸੱਚੇ ਕੂੜ ਨਾ ਗੱਡੇ। ਮੈਂ ਇਸ ਤੁਕ ਤੋਂ ਬਾਹਰ ਨਿਕਲਿਆ ਹਾਂ। ਸੱਚ ਸੰਪੂਰਨ ਨਿਰਮਲਾ, ਤਿਸ ਵਿੱਚ ਕੂੜ ਨਾ ਰਲਦਾ ਰਾਈ, ਅੱਖੀ ਕੱਤ ਨਾ ਸੰਜਰੈ, ਤ੍ਰਿਣ ਔਖਾ ਦੁਖ ਰਹਿਣ ਵਿਖਾਈ, ਭੋਜਨ ਅੰਦਰ ਮੱਖ ਜਿਉ ਹੋਏ ਦੁਕੱਦਾ ਫੇਰ ਕਢਾਈ। ਅੱਗੇ ਬਚਨ ਕਰਦੇ ਨੇ ਕਿ ਦੇਖੋ ਮੋਹਰਾ ਚੋਖੁਕ ਚੱਖੀਐ, ਪਾਤਸ਼ਾਹ ਮਾਰੈ ਸਹਿਸਾਈ, ਰੂਈ ਅੰਦਰ ਚਿਨਗ ਜਿਉ ਦਾ ਪਸਮੰਤ ਕਰੈ ਦੁਖਦਾਈ। ਭਾਈ ਸਾਹਿਬ ਅਖੀਰ ਵਿੱਚ ਕਹਿੰਦੇ ਨੇ ਸੱਚ ਅੰਦਰ ਕਿਉਂ ਕੂੜ ਸਮਾਈ, ਸੱਚ ਦੇ ਵਿੱਚ ਕਦੀ ਝੂਠ ਨਹੀਂ ਸਮਾ ਸਕਦਾ। ਮੈਂ ਬੇਨਤੀ ਕੀਤੀ ਉਹ ਪਰਮ ਸੱਚ ਖੋਂਦ ਵਾਲਾ ਜਿਸ ਅੰਦਰ ਪ੍ਰਗਟ ਹੋ ਜਾਏ, ਉਹ ਉੱਥੇ ਕੂੜੇ ਦੀ ਥਾਂ ਕਿੱਥੇ? ਤਾਂ ਹੀ ਗੁਰੂ ਰਾਮਦਾਸ ਜੀ ਨੇ ਕਿਹਾ, ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕਰਨ ਰਿਜਾਸ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਫਿਰ ਉਹ ਸੱਚ ਜਦੋਂ ਕਿਸੇ ਅੰਦਰ ਪੈਦਾ ਹੁੰਦਾ, ਉਹ ਸੱਚ ਸਾਰੇ ਔਗਣ ਧੋ ਕੇ ਰੱਖ ਦਿੰਦਾ। ਉਹ ਤਨ ਨੂੰ, ਮਨ ਨੂੰ, ਅੱਗੇ ਅਸੀਂ ਸ਼ਲੋਕ 'ਚ ਵਿਚਾਰਾਂਗੇ ਇੱਕ ਇੱਕ ਤੁਕ। ਮੈਂ ਸਿਰਫ ਭੂਮਿਕਾ 'ਚ ਕਿਹਾ ਕਿ ਉਹ ਸੱਚ ਕਦੀ ਪੁਰਾਣਾ ਵੀ ਨਹੀਂ ਹੁੰਦਾ, ਉਹ ਸੱਚ ਕਦੀ ਪਾਟਦਾ ਵੀ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਇੱਕ ਅੰਮ੍ਰਿਤ ਬੋਲ ਹੈ ਕਿ ਕੱਤ ਪੁੰਝਾਇਆ, ਜੇ ਕਿਤੇ ਮੰਨ ਲਓ ਕਪਾਹ ਲੈ ਲਈ ਆਪਾਂ, ਉਹਨੂੰ ਚੁਣ ਲਿਆ, ਵੇਲਣੇ ਵਿੱਚ ਵੇਲ ਲਿਆ, ਰੂਹ ਪਿੰਜਣੀ ਵਿੱਚ ਪਿੰਜਿਆ, ਉਹਦਾ ਸੂਤ ਕੱਤ ਕੇ ਕੱਪੜਾ ਬਣਾ ਦਿੱਤਾ। ਉਸ ਕੱਪੜੇ ਨੂੰ ਆਪਾਂ ਦੇਖਦੇ ਹਾਂ ਕਿ ਦਰਜੀ ਕੈਂਚੀ ਨਾਲ ਕੱਟਦਾ, ਸੂਈ ਧਾਗੇ ਨਾਲ ਸੁੰਦਾ, ਪਰ ਉਹ ਕੱਪੜਾ ਸੱਚ ਨਹੀਂ ਜਿਹੜਾ ਅੱਜ ਸੀਤਾ ਗਿਆ ਕੱਲ ਨੂੰ ਪਾਟੇਗਾ। ਯਾਦ ਰੱਖਿਓ, ਪਰ ਜਿਹਦੇ ਅੰਦਰ ਸੱਚ ਪੈਦਾ ਹੋ ਜਾਏ, ਉਹ ਸੱਤ ਨਾ ਕਦੀ ਪੁਰਾਣਾ ਹੁੰਦਾ ਤੇ ਨਾ ਕਦੀ ਪਾਟਦਾ ਹੈ। ਸਾਹਿਬ ਦੇ ਬੋਲ ਨੇ, ਕਹਿਣ ਲੱਗੇ ਵੇਲ ਪੁੰਝਾਇਆ ਕੱਤ ਹੁਣ ਆਇਆ। ਉਹਦੇ ਵਿੱਚ ਮਹਾਰਾਜ ਜੀ ਨੇ ਇੱਕ ਤੁਕ ਵਰਤੀ, ਲੋਹਾ ਵੱਢੈ ਦਰਜੀ ਪਾੜੈ, ਸੂਈ ਧਾਗਾ ਸੀਵੈ, ਇਉਂ ਪਤ ਪਾਟੀ ਸਿਫਤੀ ਸੀਵੈ, ਨਾਨਕ ਜੀਵਤ ਜੀਵੈ। ਇਉਂ ਪਤ ਪਾਟੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਮਹਾਰਾਜ ਜੀ ਦੇ ਬਚਨ ਨੇ, ਖੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢੈ। ਪੁਰਾਣਾ ਕੱਪੜਾ ਪਾਟ ਜਾਏ, ਸੂਈ ਧਾਗਾ ਦੁਬਾਰਾ ਜੋੜੇਗਾ। ਮਾਂ ਪੱਖ ਕੋ ਚੱਲੈ ਨਹੀਂ, ਘੜੀ ਮੌਤ ਕਿਛ ਹੰਢੈ। 15 ਦਿਨ ਕੱਢ ਜੂਗਾ ਪਖਵਾੜਾ, 1 ਮਹੀਨਾ ਕੱਢ ਜੂਗਾ, ਪਰ ਮਹਾਰਾਜ ਕਹਿੰਦੇ ਸੱਚ ਪੁਰਾਣਾ ਹੋਵੇ ਨਹੀਂ, ਸੀਤਾ ਕਦੇ ਨਾ ਪਾਟੈ। ਮਹਾਰਾਜ ਕਹਿੰਦੇ ਨੇ ਕਿ ਸੱਚ ਜੋ ਹੈ ਉਹ ਕੱਪੜੇ ਦੀ ਤਰ੍ਹਾਂ ਨਹੀਂ, ਸੱਚ ਕਦੀ ਪੁਰਾਣਾ ਨਹੀਂ ਹੁੰਦਾ, ਉਹ ਕਦੀ ਸੀਤਾ ਹੋਇਆ ਪਾਟਦਾ ਨਹੀਂ। ਮੈਂ ਸਿਰਫ ਇੱਥੇ ਬੇਨਤੀ ਕੀਤੀ ਭਾਈ ਸੱਜਣੋ, ਇਸ ਸੱਚ ਦਾ ਜ਼ਿਕਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ, ਇਹ ਸੱਚ ਉਹ ਹੈ ਜਿਹੜਾ ਸਤਨਾਮ 'ਚੋਂ ਮਿਲਦਾ ਹੈ, ਜਿਹੜਾ ਸਿਮਰਨ 'ਚੋਂ ਮਿਲਦਾ ਹੈ, ਜਿਹਨੂੰ ਸੱਚ ਨੂੰ ਕਮਾ ਕੇ ਅੰਦਰ ਤਬਦੀਲੀ ਪੈਦਾ ਜਾਂਦੀ ਹੈ। ਅੱਜ ਦੇ ਇਸ ਸ਼ਲੋਕ 'ਚ ਕੂੜ ਦਾ ਮੈਲ ਕਿਵੇਂ ਉਤਰੇ, ਇੱਕ ਇੱਕ ਤੁਕ ਜਿਹੜੀ ਏ ਉਹ ਬਹੁਤ ਤਵੱਜੋ ਦੇ ਕੇ ਵਿਚਾਰਨ ਵਾਲੀ ਹੈ। ਇਹ ਪਹਿਲਾ ਬਚਨ ਹੈ, ਮਹੱਲਾ ਪਹਿਲਾ। ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਿ ਸੱਚ ਤਾਂ ਪਰ ਜਾਣੀਐ, ਜਾ ਹਿਰਦੈ ਸੱਚਾ ਹੋਏ। ਦੇਖੋ ਇਸ ਬਚਨ ਨੂੰ, ਉਸ ਸੱਚ ਨੂੰ ਤਾਂ ਹੀ ਜਾਣਿਆ ਜਾ ਸਕਦਾ ਹੈ ਜੇ ਇਨਸਾਨ ਦੇ ਅੰਦਰ ਸੱਚੇ ਪਰਮਾਤਮਾ ਦਾ ਨਿਵਾਸ ਹੋਵੇ। ਫਿਰ ਬੇਨਤੀ, ਉਹ ਸੱਚ ਤਾਂ ਜਾਣਿਆ ਜਾਏ ਜੇ ਸੱਚੇ ਪਰਮਾਤਮਾ ਦਾ, ਇਉਂ ਕਹਿ ਲਾਂ ਜੀ, ਉਸ ਸੱਚੇ ਦੀ ਸਮਝ ਤਾਂ ਪਏਗੀ ਜੇ ਅੰਦਰ ਸੱਚ ਦਾ ਨਿਵਾਸ ਹੈ। ਸੱਚ ਤਾਂ ਪਰ ਜਾਣੀਏ, ਜਾਂ ਹਿਰਦੈ ਸੱਚਾ ਹੋਏ।
ਅਗਲੀ ਤੋਕੀ ਹੈ, ਕੂੜ ਕੀ ਮਲ ਉਤਰੈ। ਜਿਹੜਾ ਉਤੇ ਸ਼ਲੋਕ ਸੀ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਜਿੰਨੀ ਕੂੜ ਦੀ ਮੈਲ ਹੈ, ਝੂਠ ਦੀ ਮੈਲ ਹੈ, ਮਹਾਰਾਜ ਕਹਿੰਦੇ ਜਦੋਂ ਸੱਚ ਅੰਦਰ ਆ ਜਾਏਗਾ ਉਹ ਝੂਠ ਦੀ ਮੈਲ ਉਤਰ ਜਾਏਗੀ। ਬਚਨ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਆਹ ਸ਼ਬਦ ਧਿਆਨ ਦੇ ਕੇ ਸੁਣਨ ਵਾਲਾ ਹੈ ਕਿ ਸੱਚ ਤਾਂ ਜਾਣਿਆ ਜਾਏਗਾ ਜੇ ਹਿਰਦੇ ਵਿੱਚ ਸੱਚ ਹੋਵੇਗਾ। ਜਦੋਂ ਅੰਦਰ ਸੱਚ ਆਏਗਾ ਤੇ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਜਿਹੜੀ ਅੰਦਰ ਕੂੜ ਦੀ ਮੈਲ ਲੱਗੀ, ਉਹ ਕੂੜ ਦੀ ਮੈਲ ਕੇਵਲ ਇੱਕ ਨਹੀਂ, ਕੂੜ ਇੱਕ ਨਹੀਂ, ਉਸ ਮੈਲ ਦਾ ਤਾਂ ਪਸਾਰ ਹੀ ਬੜਾ ਹੈ। ਉਹ ਕੂੜ ਦੀ ਮੈਲ ਅੰਦਰੋਂ ਨਿਕਲ ਜਾਏਗੀ ਤੇ ਮਹਾਰਾਜ ਕਹਿੰਦੇ ਨੇ ਤਨ ਕਰੇ ਅੱਛਾ ਧੋਏ। ਤਨ ਕਰੇ ਅੱਛਾ ਧੋਏ, ਬੰਦੇ ਦਾ ਤਨ ਵੀ ਅੱਛਾ ਹੋ ਜਾਏਗਾ, ਧੁੱਪ ਜਾਏਗਾ। ਹੁਣ ਸਵਾਲ ਉੱਠੇਗਾ, ਇਹ ਸ਼ਬਦ 'ਚ ਰਮਝ ਰੱਖੀ ਹੈ ਕਿ ਅੰਦਰ ਦੀ ਮੈਲ ਉਹ ਅਸਲ 'ਚ ਹੈ ਕੀ? ਦਾਸ ਤਾਂ ਕਈ ਵਾਰੀ ਬੇਨਤੀ ਕਰਦਾ ਹੈ, ਬਾਹਰੋਂ ਕੱਪੜੇ ਸਾਫ਼ ਹੁੰਦੇ ਨੇ, ਬਾਹਰੋਂ ਜ਼ਬਾਨ ਸੁੱਚੀ ਹੁੰਦੀ ਹੈ, ਪਰ ਅੰਦਰ ਕਈ ਵਾਰੀ ਮੈਲ ਨਾਲ ਭਰਿਆ ਹੁੰਦਾ ਹੈ। ਜਿਹਦਾ ਅੰਦਰ ਮੈਲ ਨਾਲ ਭਰਿਆ ਹੈ ਉਹਦੇ ਇੰਦਰੇ ਕਦੀ ਵੀ ਸੁੱਚੇ ਨਹੀਂ ਹੋ ਸਕਦੇ। ਜੇ ਬ੍ਰਿਕਸ਼ ਦੀ ਜੜ ਨੂੰ ਕੀੜਾ ਲੱਗਾ, ਬਿਮਾਰੀ ਲੱਗੀ ਏ, ਉਹਦੇ ਪੱਤੇ, ਉਹਦੇ ਫੁੱਲ, ਉਹਦੇ ਫਲ ਸੱਚ ਇਹ ਬਿਮਾਰੀ ਨਾਲ ਗ੍ਰਸੇ ਹੋਣਗੇ। ਹੁਣ ਜਿਹੜੀ ਅੰਦਰ ਮੈਲ ਪਈ ਹੈ ਉਹਨੂੰ ਧੋਤਾ ਜਾ ਸਕਦਾ ਹੈ ਸਿਰਫ ਕੇਵਲ ਸੱਚ ਨੂੰ ਅੰਦਰ ਟਿਕਾ ਕੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਅੱਗੇ ਪ੍ਰਕਰਨ ਆਉਣਾ ਵੀ ਹੈ ਕਿ ਸੁੱਚੇ ਇਹ ਨਾ ਆਖੀਨ ਬਹਿਨ ਜੇ ਪਿੰਡਾ ਧੋਏ। ਅੱਗੇ ਆਸਾ ਕੀ ਵਾਰ 'ਚ ਬਚਨ ਆਉਣਗੇ, ਪਰ ਮੈਂ ਬੇਨਤੀ ਕਰਨਾ ਹੁੰਨਾ ਕਿ ਅੰਦਰ ਦੀ ਮੈਲ ਜਦੋਂ ਧੁੱਪ ਜਾਏਗੀ ਤੇ ਸਰੀਰ ਦੀ ਮੈਲ ਆਪਣੇ ਆਪ ਚਲੀ ਜਾਏਗੀ। ਇਹ ਸੱਚ ਹੈ। ਉਹ ਮੈਲ ਨੂੰ ਧੋਣ ਦੇ ਤਰੀਕੇ ਨੇ, ਜਿਵੇਂ ਸਤਿਗੁਰੂ ਗੁਰੂ ਅਰਜੁਨ ਸਾਹਿਬ ਦੇ ਬੋਲ ਅਸੀਂ ਪੜ੍ਹਦੇ ਹਾਂ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਅੰਦਰ ਦੀ ਮੈਲ ਧੁੱਪ ਜਾਏਗੀ। ਅੰਮ੍ਰਿਤ ਨਾਮ ਰਿਦਮਾਏ ਸਮਾਏ, ਨਾਮ ਅੰਮ੍ਰਿਤ ਉਹ ਸੱਚਾ ਅੰਦਰ ਟਿਕ ਜਾਏਗਾ। ਸਤਿਗੁਰੂ ਕਹਿੰਦੇ ਨੇ ਜਦੋਂ ਕਿਸੇ ਦੇ ਅੰਦਰ ਸੱਚ ਵਸ ਜਾਏ, ਉਹ ਮਨ ਕਰਕੇ ਉਹਦਾ ਸਚਮਤਾ ਆ ਗਈ, ਮਨ ਬਚਨ ਕਰਮ ਬਾਣੀ ਕਰਕੇ ਸੱਚਮੁੱਚ ਉਹਦਾ ਤਨ ਬਿਲਕੁਲ ਅੱਛਾ ਹੋ ਜਾਂਦਾ ਹੈ, ਉਹ ਧੁੱਪ ਜਾਂਦਾ ਹੈ, ਉਹ ਸਵੱਛ ਹੋ ਜਾਂਦਾ ਹੈ, ਜਿਹਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਉਸ ਮੈਲ ਨੂੰ ਧੋਣ ਦੇ ਤਰੀਕੇ ਮਹਾਰਾਜ ਜੀ ਨੇ ਬਾਣੀ 'ਚ ਦੱਸੇ ਨੇ। ਉਹ ਮੈਲ ਸੂਖਸ਼ਮ ਹੈ ਤੇ ਸੂਖਸ਼ਮ ਮੈਲ ਬਾਹਰ ਦੇ ਕਰਮ ਕਾਂਡਾਂ ਨਾਲ ਕਿਵੇਂ ਚਲੀ ਜਾਏਗੀ? ਦਾਸ ਨੇ ਤਾਂ ਇੱਕ ਵਾਰ ਅਰਜ਼ ਕੀਤੀ ਸੀ ਕਿ ਜਿਵੇਂ ਅਸੀਂ ਘਰ ਬਣਾਉਂਦੇ ਹਾਂ, ਰੋਸ਼ਨਦਾਨ ਨੇ, ਖਿੜਕੀਆਂ ਨੇ, ਦਰਵਾਜ਼ੇ ਨੇ, ਤੁਸੀਂ ਦੇਖਦੇ ਹੋ ਜਿਤਨੀ ਮਰਜ਼ੀ ਰੋਜ਼ ਸਫਾਈ ਹੁੰਦੀ ਹੈ, ਦਰਵਾਜ਼ੇ, ਖਿੜਕੀਆਂ, ਰੋਸ਼ਨਦਾਨ ਬੰਦ ਹੋਣ, ਪਰ ਫਿਰ ਵੀ ਕਿਸੇ ਨਾ ਕਿਸੇ ਥਾਂ ਤੋਂ ਬਰੀਕ ਬਰੀਕ ਮੈਲ ਦੇ ਜਿਹੜੇ ਕੰਨ ਨੇ ਉਹ ਅੰਦਰ ਪ੍ਰਵੇਸ਼ ਕਰ ਜਾਂਦੇ ਨੇ। ਇਨ ਬਿਨ ਆ ਸਾਡੇ ਜਿਹੜਾ ਇੰਦਰੇ ਨੇ, ਅੱਖਾਂ ਨੇ, ਇਹ ਦਰਵਾਜ਼ੇ ਨੇ, ਅਸੀਂ ਦੇਖਦੇ ਹਾਂ ਜਿੰਨਾ ਮਰਜ਼ੀ ਤੁਸੀਂ ਖਾਮੋਸ਼ ਰਹੋ ਫਿਰ ਵੀ ਫੁਰਨਿਆਂ ਦੇ ਰੂਪ ਵਿੱਚ ਵੀ ਸੂਖਸ਼ਮ ਮੈਲ ਅੰਦਰ ਆ ਜਾਂਦੀ। ਇਹਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ ਧੋਣ ਦਾ ਤਰੀਕਾ, ਜਿਵੇਂ ਅਸੀਂ ਪਾਠ ਕਰਨੇ ਹਾਂ ਕਿ ਸਰੀਰ ਨੂੰ ਮੈਲ ਲੱਗੇ ਪਾਣੀ ਨਾਲ ਧੋਨੇ ਹਾਂ, ਕੱਪੜਾ ਮੈਲਾ ਹੋ ਜਾਏ ਸਾਬੁਣ ਦੀ ਵਰਤੋਂ ਕਰਕੇ ਧੋਨੇ ਹਾਂ, ਪਰ ਪਿਆਰਿਓ ਜਦੋਂ ਕਿਸੇ ਦੀ ਅੰਦਰ ਮਤ ਮੈਲੀ ਹੋ ਜਾਏ ਉਹਨੂੰ ਕੇਵਲ ਸੱਚ ਹੀ ਧੋ ਸਕਦਾ ਹੈ। ਮਹਾਰਾਜ ਜੀ ਦੇ ਅੰਮ੍ਰਿਤ ਬੋਲ ਜਪਜੀ ਸਾਹਿਬ ਦੀ ਬਾਣੀ ਕਿ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਉਹ ਨਾਮ ਦੇ ਰੰਗ ਨਾਲ ਧੁੱਪ ਜਾਂਦੀ। ਹੁਣ ਦੇਖੋ ਜਿਹਦੇ ਅੰਦਰ ਦੀ ਕੂੜ ਦੀ ਮੈਲ ਉਤਰ ਜਾਏਗੀ ਉਹਦਾ ਤਨ ਆਪਣੇ ਆਪ ਸੱਚਾ ਹੈ। ਮੈਨੂੰ ਯਾਦ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਅਸੀਂ ਭਾਈ ਭੂਮੀਆ ਜੀ ਦਾ ਜ਼ਿਕਰ ਕਰਨੇ, ਚਲੋ ਆਮ ਤੌਰ ਉੱਤੇ ਸਾਡੇ ਲੋਕ ਭੂਮੀਆ ਚੋਰ ਕਹਿ ਕੇ ਸ਼ਬਦ ਵਰਤਦੇ ਆ। ਨਹੀਂ ਭਾਈ, ਜਿਨ੍ਹਾਂ ਨੂੰ ਸਤਿਗੁਰੂ ਨੇ ਸ਼ਬਦ ਦੀ ਛੂਹ ਦੇ ਦਿੱਤੀ ਉਹਨਾਂ ਦੇ ਨਾਵਾਂ ਨਾਲ ਨਾ ਵਰਤੋ ਚੋਰ ਲਫ਼ਜ਼। ਭੂਮੀਆ ਚੋਰ ਨਹੀਂ, ਭਾਈ ਭੂਮੀਆ ਹੈ। ਸੱਜਣ ਠੱਗ ਨਹੀਂ, ਭਾਈ ਸੱਜਣ ਹੈ। ਕੌਡਾ ਰਾਖਸ਼ ਨਹੀਂ, ਭਾਈ ਕੌਡਾ ਸਾਹਿਬ ਜੀ ਨੇ। ਬਿਧੀ ਚੰਦ ਡਾਕੂ ਨਹੀਂ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਹੈ। ਉਹਨਾਂ ਦਾ ਜੀਵਨ ਪਲਟ ਗਿਆ। ਦੇਖੋ ਕੂੜ ਦੀ ਮਲ ਕਿਵੇਂ ਅੰਦਰ ਸੱਚ ਵਸੇ। ਸਤਿਗੁਰੂ ਨੇ ਕਿਰਪਾ ਕੀਤੀ। ਉਹ ਚੋਰੀ ਕਰਦਾ,
मैं क्योंकि ज़्यादा डिटेल च नहीं, सिर्फ एक उदाहरण देन लगा कि जदों अंदर सच वसेगा तो कुदरती तौर पर कूड़ की मैल अपने आप अंदरों निकलेगी, तन की हरकत भी सुची हो जाएगी। तन करे अच्छा धोए का अर्थ ये नहीं कि उहदे जिस्म नूं कदी मैल नहीं लगती, उहदियां अखां, उहदे कन, उहदी नासका, उहदी इंद्रे कदी मैले नहीं हुंदे। हुण भाई साहब ने क्या महाराज जी नूं प्रशादा पानी छकाण लई हजूर ने ही पुछ लिया, तेरी किरत की है, तू काम की करना है? उन्हें हाथ जोड़ के क्या सच ये वे कि मैं चोरी कर रहा हाँ। महाराज जी ने क्या नहीं, इस तरह नहीं, तू छड़ दे चोरी। उन्हें क्या महाराज मैं चोरी नहीं छड़ सकता, मेरा सुभाव, मेरी आदत बन चुकी है। सच ये वे आदत नूं चेंज करना बड़ा मुश्किल है। किसी बंदे नूं भी किसी तरीके की आदत पै जाए, सुभाव बन जाए, ਉਹਦੀ ਜ਼ਿੰਦਗੀ ਵਿੱਚ ਉਸ ਆਦਤ ਨੂੰ ਤਬਦੀਲ ਕਰਨ ਲਈ ਕਈ ਵਾਰੀ ਜ਼ਿੰਦਗੀ ਲੱਗ ਜਾਂਦੀ। ਪਰ ਗੁਰੂ ਇੱਕ ਸੁਗੜ ਵੈਦ ਹੈ, ਉਹਨੂੰ ਪਤਾ ਹੈ ਇਸ ਬੰਦੇ ਦਾ ਇਲਾਜ ਕਿਵੇਂ ਹੋ ਸਕਦਾ। ਮਹਾਰਾਜ ਜੀ ਨੇ ਗੱਲ ਕੀ, ਕਹਿੰਦੇ ਚਲੋ ਤੂੰ ਚੋਰੀ ਨਹੀਂ ਛੱਡ ਸਕਦਾ, ਕੁਝ ਗੱਲਾਂ ਸਾਡੀਆਂ ਮੰਨ ਲੈ। ਉਹਨੇ ਕਿਹਾ ਦੱਸੋ ਚੋਰੀ ਤੋਂ ਬਿਨਾਂ। ਸਤਿਗੁਰੂ ਪਹਿਲੀ ਗੱਲ ਕਹਿੰਦੇ ਨੇ ਚੋਰੀ ਕਰਨੀ ਹੈ ਤੇ ਗਰੀਬ ਮਾਰ ਨਾ ਕਰੀ। ਮੈਂ ਸਿਰਫ ਇਹ ਨਹੀਂ ਕਿ ਕੰਨ ਰਸ ਲਈ ਸਾਖੀ, ਕਿਵੇਂ ਗੁਰੂ ਅੰਦਰ ਸੱਚ ਵਸਾਉਂਦੇ ਨੇ। गरीब मार ना करी, चोरी करनी किसी बादशाह वजीर वड्डे दे घर जाई, कहंदा ठीक। दूजा महाराज कहंदे ने गरीब मार ना करी ते दूजा सच बोलना है, कहंदा महाराज सत। तीजी गल कही किसी दा लूण खा के हराम ना करी, कहंदा महाराज ये भी सत। कहंदा बाकी मैं चोरी नहीं छड़ सकदा। हुण गुरु साहब नूं पता है इस बंदे नूं किवें चेंज कीता जा सकदा, इहदा सुभाव बणिया। ਉਹਨੇ ਕਿਹਾ महाराज ये मैनू परवान, गरीब मार नहीं करता, चोरी ਵੱਡੇ घर च करांगा, लूण खा के आराम नहीं करांगा, सच बोलांगा। हुण जदों दोबारा चोरी करन गया, उन्हें किसी गरीब दे घर च, किसी लोड़वंद दे घर च, ये नहीं, वो सीधा बादशाह दे घर गया जी। अज जदों अंदर प्रवेश कर लगा महल च, उन्हें कपड़े बड़े अमीरां वाले पाए। हुण महल दे अगे खलोते हुए संतरी ने पूछ लिया कि तू कौन? उन्होंने इकोदम बचन चेते आ गया कि मैं गुरु नूं वादा कीता है झूठ नहीं बोलना। कहंदा मैं चोर। उन्हें इन्ने को दबके नाल, इन्ने को प्रभावशाली लफ्ज वरते, मैं चोर। ते सच्ची मुच्ची वो पहरेदार डर गया किते बादशाह दा रिश्तेदार ना होवे जिहड़ा चोर कह रहा। चोर तां अपने आप नूं कदी चोर कहिंदे ही नहीं। उन्हें सच बोलिया। वो डरदे हुए ने दरवाज़ा खोल दिता, अंदर चला गया। उन्हें अंदर जाके जो गहने सन, जो उत्ते साजो समान कीमती खजाना सी, उन्हें सारा इकट्ठा करके गठड़ी बन लई। कहंदे ने अचनचेत निकलन लगा, भुख लग गई। उन्हें कटोरी च हथ मारिया, कोई चीज़ डली मिली, मूँह च पाई, शायद मिठा होवे, वो लूण सी। इक्को दम चेते आया कि लूण खा के हराम नहीं करना, लूण खा के किसी का बुरा नहीं करना। उन्हें बज्जी हुई वो गट सारी रख दी, सोने दी, हीरे मोती जो भी सन, क्योंकि इस घर का मैं लूण खा लिया। वापस आया। हुण राजे नूं सवेरे पता लग जाता है कि इस घर च चोरी हुई। चोर आया पर समान बन के लैके नहीं गया। उस वक्त उन्हें पूछा पहरेदारा, क्या एक बंदा आया सी? क्या तो उन्हें चोरी से असी समझा कोई रिश्तेदार। उन्हें कहा भी कारण कि मेरे घर च भी पहुँच गया, बन भी लिया, लैके क्यों नहीं गया? उन्हें शक की नज़र नाल गरीब पकड़ने शुरू कर दिते। कुटमार शुरू हो गई। भूमीए दे मन च गल आ गई, मना ये गरीब तेरे करके अज मार खांदे पे ने, चोरी तो तू करन गया, ये तो बेचारे गए ही नहीं। बाबे ने कहा सी गरीब मार ना होवे। राजे कोल गया, प्रतिष्ठित व्यक्ति सी भाई भूमिया। उन्हें कहा महाराज इन्हां नूं छड्ड दिओ, चोरी मैं कीती सी। उन्हें कहा तू? कहंदा मैनूं मुरशद ने कुछ गल्लां कहियां, तेरे घर दा लूण खाधा, मैं वो बज्जी कोई गठड़ी वापस रख आया। सच ये वे कि राजे ने सब कुछ माफ़ कर दिता। उस दिन तो बाद भाई भूमीए दे अंदर चोरी वाली आदत सदा लई चली गई। मेरे गुरु दे चरना जुड़ गया। मैं एक बेनती करांगा, साखी नूं केवल कांग्रेस लई झूठी कहानी समत समझिओ। जिस अंदर वो सच दी चिनक पैदा हो जाए, महाराज चिनक ला गया, ਉਹਦੀ आदत नूं बदलना सी।
ਉਹਦੇ ਫਿਰ ਸਾਰੇ ਪਾਪ ਕੱਟੇ ਜਾਂਦੇ ਆ। ਇੱਥੇ ਸੱਚ ਇਹ ਵੇ, ਉਸ ਪਰਮ ਅਸਲੇ ਦੀ, ਉਸ ਸੱਚ ਦੀ ਸਮਝ ਤਾਂ ਪਏਗੀ ਜੇ ਪਿਆਰਿਓ ਹਿਰਦੇ ਵਿੱਚ ਸੱਚ ਹੋਵੇਗਾ। ਜੇ ਹਿਰਦੇ 'ਚ ਉਹ ਸੱਚ ਹੋਵੇਗਾ, ਅੱਗੇ ਸਵਾਲ ਉੱਠਣਾ ਹੈ ਉਹ ਸੱਚ ਹਿਰਦੇ 'ਚ ਕਿਵੇਂ ਆਏ, ਕਿਉਂਕਿ ਇਹ ਇਕੱਲਾ ਕਹਿਣ ਮਾਤਰ ਨਹੀਂ। ਸੱਚ ਤਾਂ ਬਰ ਜਾਣੀਐ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ, ਝੂਠ ਦੀ ਮੈਲ ਉਤਰ ਜਾਂਦੀ ਏ, ਤਨ ਕਰੇ ਖੱਛਾ ਤੋਏ। ਉਹਦਾ ਪੂਰਾ ਤਨ ਅੱਛਾ ਹੋ ਗਿਆ। ਉਹ ਅੱਛਾ ਕਿਵੇਂ ਹੋ ਗਿਆ? ਉਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਨ੍ਹਾਂ ਅੰਦਰ ਸੱਚ ਵਰਤੈ ਕੂੜ ਨਾ ਭਾਵੇ। ਜਦੋਂ ਅੰਦਰ ਸੱਚ ਆ ਗਿਆ ਉਹਨੂੰ ਝੂਠ ਕੋਈ ਚੰਗਾ ਲੱਗਦਾ ਹੀ ਨਹੀਂ ਪਿਆ। ਅਗਲਾ ਬਚਨ, ਸੱਚ ਤਾਂ ਪਰ ਜਾਣੀਐ ਜਾ ਸੱਚ ਧਰੇ ਪਿਆਰ। ਇਹ ਹੈ ਅੱਗੇ ਜੁਗਤ ਸੱਚ ਨਾਲ ਕਿਵੇਂ ਜੁੜਿਆ ਜਾਏ। ਉਸ ਪਰਮ ਅਸਲੇ ਤੱਤ ਦੀ, ਸੱਚ ਦੀ ਤਾਂ ਸਮਝ ਪੈਗੀ ਜੇ ਤੂੰ ਸੱਚ ਨੂੰ ਪਿਆਰ ਕਰੇਗਾ, ਉਹ ਸੱਚ ਨੂੰ ਮੁਹੱਬਤ ਕਰੇਗਾ, ਉਹ ਸੱਚ ਨੂੰ ਪਿਆਰ, ਪਰਮਾਤਮਾ ਨੂੰ ਪਿਆਰ। ਜੇ ਉਹਨੂੰ ਪ੍ਰੇਮ ਕਰੇ ਤਾਂ, ਕਿਉਂਕਿ ਅਗਲੀ ਤੁਕ ਨਾਲ ਜੋੜਾਂਗੇ ਤਾਂ ਅਰਥ ਬਣਨਗੇ। ਉਹ ਪਿਆਰ ਕਿਵੇਂ? ਮਹਾਰਾਜ ਕਹਿੰਦੇ ਨੇ, ਨਾਉ ਸੁਣ ਮਨ ਰਹਿ ਸੀਐ ਤਾਂ ਪਾਏ ਮੋਖ ਦੁਆਰ। ਜਿਵੇਂ ਕਿਸੇ ਨੂੰ ਆਪਾਂ ਪਿਆਰ ਕਰੀਏ, ਉਸ ਦੇ ਕੰਨਾਂ ਵਿੱਚ ਉਹਦੇ ਨਾਮ ਦੀ ਆਵਾਜ਼ ਪਏ, ਸਾਡਾ ਅੰਦਰ ਖਿੜ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਪਿਆਰੇ ਦੀ ਕੋਈ ਚੀਜ਼ ਮਿਲੇ, ਉਸ ਚੀਜ਼ ਨੂੰ ਦੇਖ ਕੇ ਅੰਦਰ ਖਿੜ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸੱਚ ਨੂੰ ਪਿਆਰ ਕਰਦਾ ਹੈ, ਉਹ ਸੱਚੇ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਪੂਰਨ ਖਿੜਾ ਵਿੱਚ ਆ ਜਾਂਦਾ। ਉਹ ਨਾਮ ਨੂੰ ਸੁਣ ਕੇ ਆਨੰਦ ਵਿੱਚ ਰਹਿ ਸੀ, ਉਹਦੇ ਅੰਦਰ ਖੇੜਾ ਆ ਜਾਂਦਾ, ਆਨੰਦ ਆ ਜਾਂਦਾ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿ ਸੀਐ ਤਾਂ ਪਾਏ ਮੋਖ ਦੁਆਰ। ਉਹ ਨਾਮ ਸੁਣਦਾ, ਉਹਦਾ ਅੰਦਰ ਖੇੜੇ 'ਚ ਆ ਜਾਂਦਾ। ਜਿਵੇਂ ਦੇਖੋ, ਉਹ ਸੱਚ ਨੂੰ ਪਿਆਰ ਕਰਨ ਵਾਲਾ ਕਦੀ ਰਹਿ ਹੀ ਨਹੀਂ ਸਕਦਾ। ਜਿਵੇਂ ਗੁਰਦੇਵ ਦੀ ਬਾਣੀ 'ਚ ਅੰਮ੍ਰਿਤ ਬੋਲ ਨੇ, ਆਖਾਂ ਜੀਵਾਂ ਵਿਸਰੈ ਮਰ ਜਾਉ। ਇਹ ਇੱਕ ਸੱਚ ਨੂੰ ਪਿਆਰ ਹੈ। ਜਿਉ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ, ਬੂੰਦ ਵਿਖੋਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ। ਨਾਦ ਕੁਰੰਕੈ ਵਿਦਿਆ ਸਨਮੁਖ ਉਠ ਧਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ। ਤੂੰ ਸੰਤ ਜਨਾ ਹਰ ਪ੍ਰੀਤ ਹੈ, ਆਹ ਹੈ ਪਿਆਰ। ਫਿਰ ਬੇਨਤੀ ਸੁਣੋ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ, ਸੱਚ ਨੂੰ ਪਿਆਰ ਕਰਨ ਵਾਲਾ ਸੱਚ ਏਵੇ, ਇਸੇ ਤਰ੍ਹਾਂ ਬਾਣੀ ਤੋਂ ਬਿਨਾਂ ਤੜਫਦਾ ਹੈ। ਜਿਵੇਂ ਘੰਡੇ ਹੇੜੇ ਦੀ ਆਵਾਜ਼ ਸੁਣ ਕੇ ਮਿਰਗ ਮੌਤ ਦੀ ਪਰਵਾਹ ਨਹੀਂ ਕਰਦਾ, ਉਸ ਪਾਸੇ ਦੌੜਿਆ ਜਾਂਦਾ ਹੈ। ਜਿਹੜਾ ਸੱਚ ਨੂੰ ਪਿਆਰ ਕਰਦਾ ਹੈ, ਉਹਦੀ ਸਰੋਤਤਾ ਮਾਨੋ ਉਸ ਮਿਰਗ ਦੀ ਤਰ੍ਹਾਂ ਬਣ ਜਾਂਦੀ ਹੈ। ਜਿਉਂ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ, ਬੂੰਦ ਵਿਖਾਉਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ। ਜਿਵੇਂ ਬੂੰਦ ਉਹਨੂੰ ਚਾਤਰਿਕ ਪਿਆਸ ਕਰਦਾ, ਪਿਆਰ ਕਰਦਾ। ਇਹ ਸਾਰੇ ਪਿਆਰ ਨੇ। ਜਿਹੜਾ ਪ੍ਰਭੂ ਨੂੰ ਪਿਆਰ ਕਰਦਾ, ਇਹ ਉਦਾਹਰਨ ਦਿੱਤੀ ਹੈ ਸਿਰਫ, ਕਿ ਜਿਉਂ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ, ਬੂੰਦ ਵਿਖਾਉਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ। ਕਿਵੇਂ ਸਵਾਂਤੀ ਬੂੰਦ ਤੋਂ ਬਿਨਾਂ ਚਾਤਰਿਕ ਰਹਿ ਸਕੇਗਾ? ਮਹਾਰਾਜ ਕਹਿੰਦੇ ਨੇ, ਨਾਦ ਕੁਰੰਕੈ ਵਿਦਿਆ। ਉਸ ਆਵਾਜ਼ ਨੇ, ਉਸ ਨਾਦ ਨੇ ਹਰਨ ਨੂੰ ਵਿੰਨ ਲਿਆ, ਆਪਣੇ ਵੱਲ ਖਿੱਚ ਲਿਆ। ਸਨਮੁਖ ਉਠ ਧਾਵੈ, ਭਵਰ ਲੋਭੀ ਕੁਸਮ ਬਾਸ ਕਾ। ਇੱਕ ਪਿਆਰ ਕਰਨ ਵਾਲਾ ਭਵਰਾ, ਉਹ ਸੱਚੇ ਵੇ ਵਾਰ-ਵਾਰ ਉਸ ਫੁੱਲ ਤੇ ਜਾਂਦਾ ਹੈ। ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਆਗਾਵੈ। ਇਸੇ ਤਰ੍ਹਾਂ ਜਿਹੜਾ ਸੱਚ ਨੂੰ ਪਿਆਰ ਕਰਦਾ, ਲਫ਼ਜ਼ੀ ਨਹੀਂ, ਜਿਹੜਾ ਸੱਚ ਨੂੰ ਪਿਆਰ ਕਰਦਾ, ਉਹ ਪਰਮਾਤਮਾ ਦਾ ਨਾਮ ਸੁਣ ਕੇ ਖਿੜ ਜਾਂਦਾ। ਜਿਵੇਂ ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਉ ਸੁਣ ਮਨ ਰਹਿ ਸੀਐ। ਤੇਰਾ ਨਾਮ ਸੁਣਿਆ ਮੇਰੇ ਮਹਿਬੂਬ, ਮੇਰੇ ਅੰਦਰ ਖੇੜਾ ਆ ਗਿਆ। ਤੇਰਾ ਨਾਮ ਸੁਣ ਕੇ ਮੇਰੇ ਅੰਦਰ ਖੁਸ਼ੀ ਹੋ ਗਈ, ਤੇਰਾ ਨਾਮ ਸੁਣ ਕੇ ਮੇਰੇ ਅੰਦਰ ਪ੍ਰਸੰਨਤਾ ਹੋਈ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੀ। ਇਹਨੂੰ ਇਉਂ ਕਹਿ ਸਕਨੇ ਹਾਂ ਕਿ ਰੱਬ ਦਾ ਨਾਮ ਸੁਣ ਕੇ ਰੋਮ ਰੋਮ ਵਿੱਚ ਖੇੜਾ ਆ ਜਾਏ। ਜਿਵੇਂ ਸਾਹਿਬ ਨੇ ਕਿਹਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਚਲੋ ਫਿਰ ਇਹਨੂੰ ਵੀ ਸਮਝਣ ਲਈ ਕਿ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਹੁ ਸੁਣ ਮਨ ਰਹਿ ਸੀਐ ਤਾਂ ਪਾਏ ਮੋਖ ਦੁਆਰ। ਸੱਚ ਨੂੰ ਪਿਆਰ ਕਰੇ, ਉਹਦਾ ਨਾਮ ਸੁਣਿਆ,
ਕੰਨਾਂ 'ਚ ਵਾਹਿਗੁਰੂ ਸ਼ਬਦ ਪਿਆ, ਖਿੜ ਗਿਆ। ਅੱਲਾ ਸ਼ਬਦ ਪਿਆ, ਅੰਦਰ ਖੁਸ਼ੀ 'ਚ ਝੂਮ ਉੱਠਿਆ। ਆਰਾਮ ਸ਼ਬਦ ਪਿਆ ਉਹਦੇ ਕੰਨਾਂ 'ਚ ਪ੍ਰਭੂ ਲਈ, ਉਹਦੇ ਇੱਕ ਇੱਕ ਰੋਮ 'ਚ ਖੇੜਾ ਆ ਗਿਆ। ਚਲੋ ਇੱਥੇ ਮੈਂ ਇੱਕ ਉਦਾਹਰਨ ਦੇ ਦੇਣਾ। ਪਿਆਰੇ ਦੀ ਹਰ ਚੀਜ਼ ਪਿਆਰੀ ਲੱਗਦੀ, ਫਿਰ ਪਿਆਰੇ ਦਾ ਨਾਮ ਸੁਣ ਕੇ ਖੇੜਾ ਹੁੰਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ, ਉਹਨਾਂ ਦੀ ਰਚਨਾ ਵਿੱਚ ਜਦੋਂ ਆਪਾਂ ਪੜ੍ਹਨੇ ਹਾਂ, ਉਹਨਾਂ ਨੇ ਕੁਝ ਪ੍ਰਮਾਣ ਦਿੱਤੇ ਨੇ। ਜਦੋਂ ਭਾਈ ਸਾਹਿਬ ਦੀ ਰਚਨਾ ਨੂੰ ਪੜ੍ਹੀਏ, ਉਹਦੇ ਵਿੱਚੋਂ ਸਮਝ ਪੈਂਦੀ ਹੈ ਕਿ ਉਹ ਪਿਆਰੇ ਦੀ ਹਰ ਚੀਜ਼ ਨੂੰ ਕਿਵੇਂ ਪਿਆਰ ਕਰਦੇ ਨੇ। ਭਾਈ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਉਹਨਾਂ ਦੀ ਰਚਨਾ 'ਚ ਹੈ ਕਿ ਮਜਨੂ, ਇਹ ਸਮਝਣ ਲਈ ਇਹਨੂੰ ਕਿਤੇ ਇਸ਼ਕ ਮਜ਼ਾਜੀ ਨਾਲ ਜੋੜ ਕੇ ਨਾ ਕੋਈ ਸਮਝੇ ਇਹ ਕਿਹੜੇ ਅਰਥ ਕਰਨ ਲੱਗ ਪਏ। ਕਿਵੇਂ ਪਿਆਰੇ ਨੂੰ ਪਿਆਰ ਕੀਤਾ ਜਾਂਦਾ। ਕਹਿੰਦੇ ਨੇ ਲੈਲਾ ਤੇ ਮਜਨੂ ਦਾ ਆਪਸ ਵਿੱਚ ਪ੍ਰਚਲਿਤ ਹੈ ਪਿਆਰ। ਇੱਕ ਦਿਨ ਕੀ ਹੋਇਆ ਕਿ ਲੈਲਾ ਦੇ ਘਰ ਦੇ ਵਿੱਚੋਂ ਕੁੱਤਾ ਨਿਕਲਿਆ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਮਜਨੂ ਉਸ ਕੁੱਤੇ ਦੇ ਪਿੱਛੇ ਦੌੜਿਆ। ਲੋਕਾਂ ਦੇਖਿਆ ਵੀ ਇਨਸਾਨ ਕੁੱਤੇ ਦੇ ਪਿੱਛੇ ਦੌੜ ਰਿਹਾ, ਇਹਨੂੰ ਮਾਰਨਾ ਚਾਹੁੰਦਾ, ਪਰ ਉਹ ਕੁੱਤੇ ਦੇ ਨੇੜੇ ਜਾ ਕੇ ਉਹਦੇ ਪੈਰੀ ਪੈ ਗਿਆ। ਉਹ ਉਹਦੇ ਪੈਰਾਂ 'ਚ ਡਿੱਗੇ। ਲੋਕਾਂ ਕਿਹਾ ਉਹ ਕੈਸ, ਉਹ ਮੂਰਖਾ, ਇਨਸਾਨ ਹੋ ਕੇ ਕੁੱਤੇ ਦੇ ਪਿੱਛੇ ਭੱਜ ਕੇ ਕੁੱਤੇ ਦੇ ਪੈਰੀ ਪਿਆ, ਤੈਨੂੰ ਹੋ ਕੀ ਗਿਆ? ਉਸ ਵਕਤ ਮਜਨੂ ਦੀ ਗੱਲ ਸੁਣਨ ਵਾਲੀ ਏ, ਕਹਿੰਦਾ ਅਸਲ 'ਚ ਮਹਿਬੂਬ ਨੂੰ ਦੇਖਿਆ ਬਹੁਤ ਦਿਨ ਹੋ ਗਏ ਨੇ, ਅੱਜ ਕੁੱਤਾ ਉਸ ਦੇ ਘਰੋਂ ਨਿਕਲਿਆ ਹੈ। ਇਹ ਕੁੱਤਾ ਮੇਰੇ ਮਹਿਬੂਬ ਨੂੰ ਦੇਖ ਕੇ ਆਇਆ ਹੈ, ਇਹਦੀਆਂ ਅੱਖਾਂ ਵਿੱਚੋਂ ਮੈਂ ਮਹਿਬੂਬ ਦੀ ਸ਼ਕਲ ਦੇਖਣੀ ਚਾਹੁੰਦਾ। ਇਸ ਦੀ ਪੈਰੀ ਮੈਂ ਤਾਂ ਪੈਣਾ ਪਿਆ ਕਿਉਂਕਿ ਇਸ ਕੁੱਤੇ ਨੇ ਮੇਰੇ ਪਿਆਰੇ ਦੇ ਘਰੋਂ ਪਿਆਰੇ ਨੂੰ ਦੇਖਿਆ। ਭਾਈ ਸਾਹਿਬ ਕਹਿੰਦੇ ਉਹ ਗੁਰੂ ਕੇ ਸਿੱਖੋ, ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਗਵਾਣਾ, ਕੁੱਤੇ ਦੀ ਪੈਰੀ ਪਵੇ ਖੇੜੇ ਰਸੇ ਲੋਕ ਵਿਡਾਣ। ਲੋਕ ਹੱਸਦੇ ਨੇ ਕਿਉਂਕਿ ਉਹਦੇ ਮਹਿਬੂਬ ਨੂੰ ਦੇਖ ਕੇ ਆਇਆ। ਬੇਨਤੀ ਹੈ ਕਿ ਸੱਚ ਧਰੇ ਪਿਆਰ, ਜਿਹੜਾ ਸਿਮਰਨ ਨੂੰ ਪਿਆਰ ਕਰਦਾ ਹੈ, ਉਹ ਤਾਂ ਕਹਿੰਦਾ ਹੈ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਮੇਰੇ ਮਾਲਕ, ਤੇਰੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਜਿਵੇਂ ਮੈਂ ਬੇਨਤੀ ਕੀਤੀ, ਓਹਾ ਪ੍ਰੇਮ ਪਿਰੀ ਕਨਕ ਮਾਨਕ ਗਜ਼ ਮੋਤੀਆਂ ਲਾਲਨ ਨਹਿ ਨਾਹ ਨਖੀ। ਪਿਆਰ ਕਰਨ ਵਾਲੇ ਨੂੰ ਹੀਰੇ ਮੋਤੀ ਦੇ ਕੇ ਕਹੋ ਕਿ ਤੇਰਾ ਆਹ ਕੁਛ ਲੈ ਲੈ, ਤੂੰ ਪਿਆਰ ਛੱਡ ਦੇ। ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਪਰਮ ਸੱਚ ਨੂੰ ਜਿਹੜਾ ਪਿਆਰ ਕਰਦਾ, ਦਿਲ ਤੋਂ ਪਿਆਰ ਕਰਦਾ, ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ। ਜਿਹਨੂੰ ਬਾਬਾ ਜੀ ਨੇ ਕਿਹਾ ਸਾਚ ਕਹੂੰ ਸੁਣ ਲੈ ਸਭ, ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨ ਕੀ ਪ੍ਰਭ ਪਾਇਓ। ਜਿਹਨੂੰ ਬਾਬਾ ਜੀ ਨੇ ਕਿਹਾ ਮਨ ਰੇ ਕਿਉਂ ਛੂਟੈ ਬਿਨ ਪਿਆਰ, ਉਹਨੂੰ ਜਿਹੜਾ ਪਿਆਰ ਕਰਦਾ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿ ਸੀਗੇ। ਜਿਉਂ ਜਿਉਂ ਉਹਦਾ ਨਾਮ ਸੁਣਦਾ, ਉਹਦੇ ਅੰਦਰ ਨੂੰ ਆਨੰਦ ਆਉਂਦਾ, ਖੇੜਾ ਆਉਂਦਾ। ਅਤੇ ਸਾਹਿਬ ਕਹਿੰਦੇ ਨੇ ਫਿਰ ਤਾਂ ਪਾਏ ਮੋਖ ਦੁਆਰ। ਇਹੋ ਜਿਹਾ ਪਿਆਰ ਕਰਨ ਵਾਲਾ ਸੱਜਣ ਇੱਕ ਦਿਨ ਮੁਕਤੀ ਦੇ ਦਰਵਾਜ਼ੇ 'ਤੇ ਅੱਪੜ ਜਾਂਦਾ ਹੈ, ਉਹ ਮੋਕਸ਼ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ। ਅਗਲਾ ਬਚਨ, ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ। ਫਿਰ ਬੇਨਤੀ, ਸੱਚ ਤਾਂ ਪਰ ਜਾਣੀਐ ਦੇ ਅਰਥ ਮੈਂ ਸਿੱਧੇ ਕਰ ਰਿਹਾ। ਉਸ ਪਰਮ ਸੱਚ ਨੂੰ ਤਾਂ ਜਾਣਿਆ ਜਾਏਗਾ ਜੇ ਜੀਵਨ ਜੀਣ ਦੀ ਜੁਗਤ ਬੰਦੇ ਨੂੰ ਆ ਜਾਏਗੀ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ। ਕਈ ਸੱਜਣਾ ਨੇ ਇੱਥੇ ਜੁਗਤ ਦਾ ਅਰਥ ਜੁੜਨਾ ਵੀ ਕਰਿਆ ਹੈ ਕਿ ਉਹ ਪਰਮ ਸੱਚ ਤਾਂ ਸਮਝ ਪਏਗਾ ਜਦੋਂ ਇਨਸਾਨ ਨੂੰ ਸੱਚ ਇਹ ਵੇ ਕਿ ਆਪਣੇ ਜੀਓ ਨੂੰ ਉਸ ਸੱਚ ਨਾਲ ਜੋੜਨ ਦੀ ਜਾਚ ਆ ਜਾਏ। ਪਰ ਜ਼ਿਆਦਾਤਰ ਅਰਥ ਇਹ ਵਿਦਵਾਨਾਂ ਨੇ ਕੀਤੇ, ਉਸ ਪਰਮ ਸੱਤ ਨੂੰ ਤਾਂ ਜਾਣਿਆ ਜਾਏਗਾ ਜੇ ਇਨਸਾਨ ਨੂੰ ਆਪਣੀ ਜ਼ਿੰਦਗੀ ਅੰਦਰ ਜੀਵਨ ਜੀਣ ਦੀ ਜੁਗਤ ਆ ਜਾਏ। ਹੁਣ ਇਹ ਬੜੇ ਕਮਾਲ ਦਾ ਬੋਲ ਹੈ ਜੀ ਕਿ ਜੀਵਨ ਜੀਣ ਦੀ ਜੁਗਤ ਕਿਵੇਂ ਆਵੇ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ। ਜੁਗਤ ਦਾ ਅਰਥ ਜ਼ਿੰਦਗੀ ਜੀਣ ਦਾ ਢੰਗ, ਜੀਵਨ ਜੀਣ ਦਾ ਚੱਜ। ਜਿਹਨੂੰ ਇਹ ਆ ਜਾਏ, ਮਹਾਰਾਜ ਕਹਿੰਦੇ ਨੂੰ ਪਤਾ ਕਿਵੇਂ, ਧਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ। ਇਹਦੇ ਅਰਥ, ਧਰਤ ਦਾ ਅਰਥ ਜ਼ਮੀਨ, ਕਾਇਆ ਦਾ ਅਰਥ ਜਾਣਦੇ ਹਾਂ ਬੌਡੀ, ਸਾਡਾ ਸਰੀਰ। ਸਾਧ ਕੇ ਉਹਨੂੰ ਚੰਗੀ ਤਰ੍ਹਾਂ ਸਾਧ ਕੇ ਉਹਦੇ ਵਿੱਚ ਕਰਤੇ ਦਾ ਬੀਜ ਦੇਵੇ।
ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬਿਓ, ਇਹ ਹੈ ਜੀਵਨ ਦੀ ਜੁਗਤ, ਜੀਵਨ ਜੀਣ ਦਾ ਢੰਗ। ਅੱਗੇ ਮੈਂ ਬੇਨਤੀ ਕਰਾਂਗਾ ਉਹ ਕਿਹੜੀ ਕਿਹੜੀ ਜੁਗਤ ਦੱਸੀ, ਇਹ ਜੁਗਤ ਤਾਂ ਕੇਵਲ ਗੁਰੂ ਦਾ ਹੈਗਾ। ਧਰਤ ਕਾਇਆ ਸਾਧਕੈ, ਜਿਵੇਂ ਇੱਕ ਕਿਸਾਨ, ਇੱਕ ਜ਼ਿਮੀਦਾਰ ਖੇਤਾਂ ਵਿੱਚ ਬੀਜ ਪਾਉਣਾ ਚਾਹੁੰਦਾ, ਖੇਤ ਵਿੱਚ ਤੁਸੀਂ ਦੱਸੋ ਬੀਜ ਬੜਾ ਕੀਮਤੀ ਹੈ ਕਿ ਜ਼ਿਮੀਦਾਰ ਉਸੇ ਤਰ੍ਹਾਂ ਖੇਤ ਵਿੱਚ ਜਾ ਕੇ ਉਸ ਬੀਜ ਨੂੰ ਸੱਟ ਦੇਵੇਗਾ, ਕਿ ਜ਼ਿਮੀਦਾਰ ਉਸੇ ਤਰ੍ਹਾਂ ਉਸ ਖੇਤ ਵਿੱਚ ਜਾ ਕੇ ਕੀਮਤੀ ਬੀਜ ਨੂੰ ਸੱਟੇਗਾ। ਜਦੋਂ ਵੀ ਕਿਸਾਨ ਬੀਜ ਬੀਜਦਾ ਹੈ, ਪਹਿਲਾਂ ਉਹ ਖੇਤ ਨੂੰ ਵਾਹੁੰਦਾ ਹੈ, ਉਹਨੂੰ ਚੰਗੀ ਤਰ੍ਹਾਂ ਉਹਦੇ 'ਚ ਜਿਹੜਾ ਘਾਸ ਫੂਸ ਜਾਂ ਪੱਥਰ ਕੰਕਰੀਟ ਕੁਝ ਪਿਆ ਹੋਵੇ ਉਹਨੂੰ ਚੁਣਦਾ ਹੈ ਚੰਗੀ ਤਰ੍ਹਾਂ। ਉਸ ਖੇਤ ਨੂੰ ਬਣਾਉਣ ਤੋਂ ਬਾਅਦ ਫਿਰ ਉਹਦੇ ਵਿੱਚ ਬੀਜ ਬੀਜਦਾ। ਮੰਨ ਲਓ ਅਸੀਂ ਕਣਕ ਬੀਜਦੇ ਹਾਂ, ਪੰਜਾਬ ਦੇ ਵਸਨੀਕ ਮੈਨੂੰ ਪਤਾ ਹੈ ਇਸੇ ਤਰ੍ਹਾਂ ਛੱਟਾ ਨਹੀਂ ਦਿੰਦੇ ਕਣਕ ਦਾ। ਉਹ ਕੀ ਕਰਦੇ ਨੇ, ਪਹਿਲਾਂ ਖੇਤ ਵਾਹੁੰਦੇ ਨੇ, ਉਹਦੇ ਵਿੱਚ ਘਾਸ ਫੂਸ ਜਿਹੜਾ ਉਹਨੂੰ ਬਾਹਰ ਕੱਢਦੇ ਨੇ, ਚੰਗੀ ਤਰ੍ਹਾਂ ਵਾਹਣ ਤੋਂ 2-3 ਸੀਆਂ ਲਾਉਣ ਤੋਂ ਬਾਅਦ ਫਿਰ ਉਹਦੇ 'ਚ ਪਾਣੀ ਛੱਡਦੇ ਆ। ਪਾਣੀ ਛੱਡਣ ਤੋਂ ਬਾਅਦ ਇੱਕ ਸ਼ਬਦ ਹੈ ਵੱਤਰ, ਜ਼ਮੀਨ ਵੱਤ ਤੇ ਆਉਂਦੀ, ਦੁਬਾਰਾ ਵਾਹੁੰਦੇ ਆ 2-3-4 ਵਾਰੀ ਵਾਹ ਕੇ। ਜਦੋਂ ਚੰਗੀ ਤਰ੍ਹਾਂ ਖੇਤ ਬਣ ਜਾਂਦਾ ਹੈ ਫਿਰ ਉਹਦੇ ਵਿੱਚ ਜਾਂ ਕਣਕ ਦਾ ਘੇਰਾ ਕਰਦੇ ਨੇ ਜਾਂ ਛੱਟਾ ਦੇ ਕੇ ਬੀਜ ਦਿੰਦੇ ਆ। ਇਸੇ ਤਰ੍ਹਾਂ ਅਸੀਂ ਚਾਵਲਾਂ ਦੀ ਫਸਲ ਜਿਹਨੂੰ ਝੋਨਾ, ਜ਼ੀਰੀ ਜਾਂ ਮੁੰਜੀ ਸ਼ਬਦ ਵੀ ਕੁਝ ਇਲਾਕਿਆਂ 'ਚ ਵਰਤਿਆ ਜਾਂਦਾ, ਧਾਨ ਸ਼ਬਦ ਵਰਤਿਆ ਜਾਂਦਾ। ਸਾਡੇ ਪੰਜਾਬ ਵਿੱਚ ਖਾਸ ਕਰਕੇ ਹਿੰਦੁਸਤਾਨ ਵਿੱਚ ਕਹਿ ਲਵਾਂ ਕਿ ਇਹਦੇ ਵਿੱਚ ਝੋਨਾ ਇਸ ਤਰ੍ਹਾਂ ਤੇ ਨਹੀਂ ਲਾਉਂਦੇ। ਹਾਲਾਂਕਿ ਇਸ ਦੁਨੀਆ 'ਚ ਕੁਝ ਐਸੀਆਂ ਵੀ ਖੋਜਾਂ ਨੇ, ਬਾਹਰਲੇ ਮੁਲਕਾਂ 'ਚ ਝੋਨੇ ਦਾ ਛੱਟਾ ਦਿੱਤਾ ਜਾਂਦਾ, ਪਰ ਸਾਡੇ ਵਿੱਚ ਝੋਨੇ ਦੀ ਪਨੀਰੀ ਬੀਜੀ ਜਾਂਦੀ। ਉਹ ਪਨੀਰੀ ਵੀ ਉਸ ਖੇਤ 'ਚ ਬੀਜਦੇ ਆ ਜਿਹੜਾ ਖੇਤ ਬਹੁਤ ਉਪਜਾਊ ਹੋਵੇ। ਹੁਣ ਪਾਣੀ ਛੱਡ ਕੇ ਝੋਨਾ ਥੋੜ੍ਹਾ ਲੱਗਦਾ, ਉਹ ਪਹਿਲਾਂ ਜ਼ਮੀਨ ਨੂੰ ਵਾਹ ਕੇ ਉਹਦੇ 'ਚ ਪਾਣੀ ਲਾਉਂਦੇ ਆ। ਜਦੋਂ ਉਹ ਪਾਣੀ ਨਾਲ ਭਰ ਜਾਂਦੀ ਫਿਰ ਦੁਬਾਰਾ ਵਾਹੁੰਦੇ ਆ, ਫਿਰ ਕਹੀ ਲੈ ਕੇ, ਕਸੀ ਲੈ ਕੇ ਉਹਦੇ ਬੰਨੇ ਛਾਂਗਦੇ ਨੇ, ਉਹਦੇ ਬੰਨੇ ਕੱਢਦੇ ਨੇ, ਵੱਟਾਂ ਜਿਹੜੀਆਂ ਨੇ ਉਹ ਚੰਗੀ ਤਰ੍ਹਾਂ ਲਿਪਦੇ ਨੇ। ਜਦੋਂ ਫਿਰ ਵਾਹ ਕੇ 2 ਦਿਨ ਬਾਅਦ ਫਿਰ ਸੁਹਾਗਾ ਫੇਰ ਕੇ ਵਾਹ ਕੇ ਫਿਰ ਕਹਿੰਦੇ ਨੇ ਹੁਣ ਖੇਤ ਤਿਆਰ ਹੋ ਗਿਆ ਅਤੇ ਲਾਉਣ ਵਾਲੇ ਲਾਵੇ ਲੈ ਆਓ, ਉਹ ਝੋਨਾ ਲਾ ਦੇਣ। ਮੈਂ ਇੱਕ ਬੇਨਤੀ ਕਰਾਂਗਾ, ਬਾਹਰ ਦਾ ਖੇਤ ਸਵਾਰਨ ਤੋਂ ਬਿਨਾਂ ਬੀਜ ਨਹੀਂ ਪਾਇਆ ਜਾਂਦਾ। ਉਹ ਗੁਰੂ ਕੇ ਸਿੱਖੋ, ਗੁਰੂ ਇੱਕ ਜੀਵਨ ਜੀਣ ਦੀ ਜੁਗਤ ਦਿੰਦਾ ਹੈ। ਜਿਵੇਂ ਜ਼ਮੀਨ ਨੂੰ ਸਾਧਿਆ ਜਾਏ, ਉਹਦੇ ਵਿੱਚ ਬੀਜ ਪਾਈਏ, ਫਸਲ ਲਾਈਏ, ਬੂਟੇ ਲਾਈਏ ਅਤੇ ਉਹ ਫਲ ਪ੍ਰਫੁੱਲਤ ਬੜੇ ਹੁੰਦੇ ਨੇ। ਜਿਹਦੀ ਕਾਇਆ ਧਰਤੀ ਸਾਧੀ ਜਾਏ, ਉਹਦੇ ਵਿੱਚ ਨਾਮ ਦਾ ਬੀਜ ਬੀਜ ਦੇਵੇ, ਸੱਚ ਇਹ ਵੇ ਉਸ ਵਿੱਚ ਬੀਜਿਆ ਹੋਇਆ ਬੀਜ ਸੰਸਾਰ ਨੂੰ ਵੀ ਬੜਾ ਸੁੱਖ ਦਿੰਦਾ। ਉਹ ਕਿਵੇਂ? ਉਹ ਸਾਧਨ ਦਾ ਜ਼ਿਕਰ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਕੀਤਾ। ਜਿਵੇਂ ਅਸੀਂ ਪੜ੍ਹਦੇ ਹਾਂ, ਮਨ ਖਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਉਹ ਵੀ ਤਾਂ ਇੱਕ ਬੀਜ ਬੀਜਿਆ ਧਰਤ ਕਾਇਆ ਵਿੱਚ। ਜਿਵੇਂ ਅਸੀਂ ਪਾਠ ਕਰਨੇ ਆ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇ ਪਾਣੀ, ਹੋਏ ਕਿਰਸਾਨ ਈਮਾਨ ਜਮਾਏ ਲੈ, ਭੀਸ਼ਤ ਦੋਜਕ ਮੂੜੇ ਇਬ ਜਾਣੇ। ਅਮਲ ਕਰ ਧਰਤੀ, ਉਸ ਅਮਲ 'ਚ ਜਿਹੜੇ ਸਾਡੇ ਕਿਰਦਾਰ ਜ਼ਿੰਦਗੀ ਦਾ ਜਿਹੜਾ ਬਾਣੀ ਸਾਨੂੰ ਦੱਸਦੀ, ਸ਼ਬਦ ਦਾ ਬੀਜ ਪਾ, ਸੱਚ ਦੀ ਆੜ ਦਾ ਪਾਣੀ ਲਾ, ਧਰਤੀ ਸਾਧੀ ਗਈ, ਆਪਣੇ 'ਚ ਔਗਣਾਂ ਨੂੰ ਬਾਹਰ ਕੱਢ। ਇਹਨੂੰ ਵੀ ਕਹਿ ਲਈਏ ਫਿਰ ਜਦੋਂ ਉਸ ਧਰਤੀ 'ਚ ਬੀਜ ਬੀਜਿਆ ਜਾਂਦਾ ਹੈ, ਬੇਨਤੀ ਹੈ ਬਾਹਰ ਦੀ ਧਰਤੀ 'ਚ ਕਣਕ, ਝੋਨਾ ਆ ਫਸਲਾਂ ਬੀਜਨੇ ਆ, ਜਦੋਂ ਕਿਸੇ ਦੀ ਕਾਇਆ ਧਰਤੀ ਗੁਰੂ ਸਾਧ ਦਿੰਦਾ ਹੈ ਪਿਆਰਿਓ, ਉਹਦੇ ਵਿੱਚ ਰੱਬ ਦੇ ਨਾਮ ਦਾ ਬੀਜ ਬੀਜਿਆ ਜਾਂਦਾ। ਉਹਨੂੰ ਕਬੀਰ ਸਾਹਿਬ ਨੇ ਵੀ ਕਿਹਾ, ਕਬੀਰ ਐਸਾ ਬੀਜ ਬੋਏ 12 ਮਾਸ ਬਲੰਤ, ਸ਼ੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ। ਉਹ ਧਰਤੀ ਕਾਇਆ 'ਚ ਜਦੋਂ ਕੋਈ ਨਾਮ ਦਾ ਬੀਜ ਬੀਜਦਾ, ਉਹ ਪਿਆਰਿਓ ਆ ਬਾਹਰ ਬੀਜੇ ਕੋਈ ਫਸਲ 2-4 ਮਹੀਨੇ ਬਾਅਦ ਵੱਢੀ ਜਾਂਦੀ, 6 ਮਹੀਨੇ ਬਾਅਦ ਲੋਕ ਵੱਢ ਲੈਂਦੇ ਆ, ਪਰ ਜਦੋਂ ਕਿਸੇ ਦੀ ਧਰਤ ਕਾਇਆ ਵਿੱਚ ਨਾਮ ਦਾ ਬੀਜ ਬੀਜਿਆ ਜਾਂਦਾ, ਉਹ ਰਹਿੰਦੀ ਦੁਨੀਆ ਤੱਕ ਦੁਨੀਆ ਨੂੰ ਸੁੱਖ ਦਿੰਦਾ। ਉਹ ਬੀਜ ਮੁੱਕਦਾ ਨਹੀਂ। ਹੁਣ ਮੰਨ ਲਓ ਅਸੀਂ ਉਦਾਹਰਨ ਲਈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਅੰਦਰ ਸੱਚ ਸਵਰੂਪ ਨੇ, ਜਿਹੜਾ ਉਹਨਾਂ ਨੇ ਬੀਜ ਬੀਜਿਆ ਕੀ ਆ, ਸਿੱਖਾਂ ਤੋਂ ਮੁੱਕ ਗਿਆ। ਜਦੋਂ ਸੱਚ ਦਾ ਬੀਜ ਪੁੰਗਰਦਾ, ਉਹ 12 ਮਹੀਨੇ ਉਹਦੇ 'ਤੇ ਕਦੀ ਪੱਤ ਝੜ ਆਉਂਦੀ ਨਹੀਂ। ਸੱਚ ਇਹ ਵੇ
उस रुख दे उपर कदी खिजा नहीं आउंदी। कबीर ऐसा बीज बोए, ਉਹ बीज कह धरत काया साध के विच दे करता बीओ। नाम दा बीज, करते दा बीज, ऐसा बीज बोए 12 मास फुलंत, फिर 12 महीने ਉਹ रुख हरियावल च रहिंदा है। महाराज कहते ने ਉਹਦੀ ਛਾਂ बड़ी ठंडी रहिंदी, जिन्हें साधे अपने आप ਨੂੰ ਉਹਦੇ ਕੋਲ ਬੈਠਿਆਂ ਠੰਡ ਪੈਂਦੀ। शीतल छाया गहर फल, ਉਹਦੇ फल भी अत ਦੇ ਚੰਗੇ ਨੇ। पंखी केल करंत, जिमें छायाधारी रुख दे कोल पंछी आके कलोला करते हैं, जिदे अंदर नाम दा बीज बीजिया गया, ਉਹਦੀ संगत करन वाले जगियासु भी सुख दी जिंदगी जींदे हैं। फिर बेनती है कि धरत सच तां पर जाणीए जां जुगत जाणै जियो। प्यारिओ, जिंदगी जीण दी जुगत ਉਹ ਕਿਵੇਂ ਹੈ? ਚਲੋ मैं एक प्रमाण होर दे देना। वो जुगत है कि मिथ्या नाही रसना परस, ये जुगत है। मन में प्रीत निरंजन दर्श, पर तिरिया रूप न पेखै नेतर। साध की टहल संत संग हेत, कर न सुनै काहू की निंदा। सब ते जानै आपस को मंदा, ये सब कुछ धरत काया साधन है। हौं तिस घोल घुमाया गुरमत हृदय गरीबी आवै, ये धरत काया साधनी है। हौं तिस घोल घुमाया पर नारी दे नेड़ न जावै। हौं तिस घोल घुमाया पर निंदा सुन आप हटावै। हौं तिस घोल घुमाया पर दरबै नूं हथ न लावै। हौं तिस घोल घुमाया पर निंदा सुन आप हटावै। हौं तिस घोल घुमाया थोड़ा समय थोड़ा ही खावै। गुरमुख सोई सह समावै। साधन का अर्थ प्यारिओ, ये रहत जिहड़ी ये की है? ये जिंदगी नूं साधन वास्ते है। सच तां पर जाणीए जां जुगत जाणै जियो। धरत काया साध कै, इस शरीर नूं साध के इहदियां बुराइयां ते काबू पा के विच दे करता बीओ। सच तां पर जाणीए जां सिख सच्ची ले। उस परम सच दी तां समझ पैंदी है ਜਦੋਂ ਗੁਰੂ ਦੀ ਸੱਚੀ ਸਿੱਖ, ਇਹ ਤੇ ਸਿੱਖ ਦਾ ਅਰਥ ਹੈ ਸਿੱਖਿਆ। ਜਦੋਂ ਗੁਰੂ ਦੀ ਸੱਚੀ ਸਿੱਖਿਆ ਬੰਦਾ ਆਪਣੇ ਜੀਵਨ 'ਚ ਧਾਰਦਾ ਹੈ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ। ਉਹ ਕੀ ਸੱਚੀ ਸਿੱਖਿਆ? ਗੁਰੂ ਤਾਂ ਕਦੀ ਝੂਠੀ ਸਿੱਖਿਆ ਦਿੰਦਾ ਹੀ ਨਹੀਂ। ਜਿਨਨੇ ਗੁਰੂ ਦੀ ਸਿੱਖਿਆ ਲੈ ਲਈ, ਉਹਦੀ ਜ਼ਿੰਦਗੀ ਪਲਟ ਗਈ। ਮਹਾਰਾਜ ਕਹਿੰਦੇ ਸੱਚੀ ਸਿੱਖਿਆ। ਸੱਚੀ ਸਿੱਖਿਆ ਤਾਂ ਇਹੀ ਕਹਿੰਦੇ ਨੇ ਮਹਾਰਾਜ ਕਿ ਦਇਆ ਜਾਣੈ ਜੀ ਕੀ, किछ पुन दान करे। आ जे सच चो निकलिया जीवन। दया जाने जी की, वो जीव उत्ते दया करे। बेनती करांगा किछ पुन दान करे। ਉਹਨੂੰ परमात्मा ने कह दिता वो लोड़वंदां नूं दान पुन भी करे। मैं इत्थे लफ्ज़ जरूर दया बारे अर्ज करांगा। हालांकि दया कपा संतोख सूत जत गंढी सतवट, उस शलोक विच भी इहदा बड़ा जिक्र किया जाना। सच ये वे कि गुरु ग्रंथ साहिब का जे पाठ करो, खुद परमात्मा आप दया निध है, आप दयापत है। जिन्हों इस्लाम च क्या वो मेहरबान है, जिहदे लई शब्द वरते वो रहीम है। असल च परमात्मा आप दया है। गुरु ग्रंथ साहिब का जे पाठ करो, धर्म की उत्पत्ति ही परमात्मा की दया विचों है। इसे नूं बाबा जी ने बाणी विच क्या धौल धर्म दया का पूत, संतोख थाप रखिया जिन सूत। ओ आप दया चो धर्म निकलदा है। हुण जदों किसी दे अंदर दया पैदा हुंदी है ना प्यारिओ, सच ए वे दयालू बंदा उहदा हिरदा तरस नाल भरिया रहिंदा। मैं फिर बेनती करां, दयालू जीवां ते दया करदा है। तुलसी जी का एक बोल है, वो कहते दया धर्म का मूल है, पाप मूल अभिमान। तुलसी दया न छोड़िए जब ला घट में प्राण। जिन्नी देर तक तेरे प्राण ने, तेरे शरीर दे अंदर जिंद है, तुलसी दया नूं छड्डी ना। हुण जदों किसे कोल जुगत आ जाए जी दी, जीण दा पता लग जाए, वो जीवां ते दया करता है। पर जे मान लो सप ठूवें आदਿਕ नसी देखने आ, कई बारी कोई लोग इन्हां नूं समझण जी
ਇਹ ਮਾਰ ਦਿੱਤਾ, ਇਹ ਜੀ ਦਇਆ ਨਹੀਂ। ਪਿਆਰਿਓ, ਚੇਤੇ ਰੱਖਿਓ, ਉਸ ਦਇਆ ਨੂੰ, ਜਿਵੇਂ ਕੁਝ ਮੱਤਾਂ ਦਾ ਇਹ ਅਕੀਦਾ ਹੈ, ਪਾਣੀ ਪੁਣ ਕੇ ਪੀਣਾ ਜੀਵ ਨਾ ਮਰ ਜਾਏ, ਵਿਸ਼ਟਾ ਨੂੰ ਢੱਕ ਦੇਣਾ ਜੀਵ ਨਾ ਮਰ ਜਾਏ, ਨਹੀਂ, ਇਹੋ ਜਿਹੀ ਦਇਆ ਨੂੰ ਗੁਰਮਤਿ ਸਵੀਕਾਰ ਨਹੀਂ ਕੀਤਾ। ਮੈਂ ਤਾਂ ਕਈ ਵਾਰੀ ਕਹਿੰਦਾ, ਗੁਰੂ ਜਦੋਂ ਸ਼ਸਤਰ ਵੀ ਚੁੱਕਦਾ ਹੈ, ਉਹਦਾ ਸ਼ਸਤਰ ਵੀ ਤਾਂ ਚੁੱਕਿਆ ਜਾਂਦਾ, ਉਹ ਦਇਆ ਵਿੱਚੋਂ ਨਿਕਲਿਆ ਹੈ। ਦਇਆ ਵਿੱਚੋਂ ਨਿਕਲੇ ਸ਼ਬਦ। ਸਤਿਗੁਰੂ ਕਹਿੰਦੇ ਨੇ, ਉਹ ਦਇਆ ਕਰੇ ਤੇ ਫਿਰ ਕੀ ਕਰੇ? ਦਇਆ ਜਾਣੇ ਜੀ ਕੀ। ਸਭ ਤੋਂ ਵੱਡੀ ਦਇਆ ਇਹ ਵੇ ਕਿ ਜਿਵੇਂ ਪੁੰਨ ਦਾਨ, ਇਹਨੂੰ ਬਾਹਰ ਦੇ ਲਫ਼ਜ਼ਾਂ ਨਾਲ ਨਾ ਇਕੱਲੇ ਜੋੜੀਏ ਦਇਆ। ਮੰਨ ਲਓ ਇੱਕ ਬੰਦਾ ਬਿਜ਼ਨਸ 'ਚ ਲੋਕਾਂ ਦੀਆਂ ਠੱਗੀਆਂ ਮਾਰਦਾ ਹੈ, ਅਰਬਾਂ ਰੁਪਈਏ ਠੱਗ ਕੇ ਇਕੱਠੇ ਕਰ ਲੈ, ਤੇ ਦੁਬਾਰਾ ਇਕਾਦਸ਼ੀ ਵਾਲੇ ਦਿਨ ਪੰਛੀਆਂ ਨੂੰ ਛਡਾਉਣ ਵਾਸਤੇ ਦਇਆ ਕਰਨ ਚੱਲ ਪਿਆ। ਗਰੀਬਾਂ ਦਾ ਹੱਕ ਖੋਹ ਕੇ ਖਾਂਦਾ, ਕਬੂਤਰਾਂ ਨੂੰ ਦਾਣੇ ਪਾਉਣ ਤੁਰ ਪੈਂਦਾ। ਸੱਚ ਇਹ ਵੇ ਕਿ ਹੱਕ ਲੋਕਾਂ ਦਾ ਖਾਂਦਾ ਹੈ ਤੇ ਕਦੀ ਕਦੀ ਗਰੀਬਾਂ ਨੂੰ ਰੋਟੀ ਵੰਡਣ ਤੁਰ ਪੈਂਦਾ। ਇਹ ਦਾਨ ਨਹੀਂ। ਦਇਆ ਜਾਣੇ ਜੀ ਕੀ। ਕਿਸੇ ਜੀਵ ਟੁੱਟੇ ਹੋਏ ਨੂੰ ਪਰਮਾਤਮਾ ਨਾਲ ਜੋੜ ਦੇਣਾ, ਪਿਆਰਿਓ, ਇਹ ਬੜੀ ਵੱਡੀ ਦਇਆ ਜੇ, ਜਿਹਨੂੰ ਸਤਿਗੁਰੂ ਨੇ ਬਾਣੀ ਕਿਹਾ ਜੀ ਦਾਨ ਦੇਣਾ। ਪੈਸੇ ਦਾ ਦਾਨ ਕੋਈ ਵੀ ਕਰ ਸਕਦਾ ਹੈ, ਕੱਪੜੇ ਦਾ ਦਾਨ ਕੋਈ ਵੀ ਕਰ ਸਕਦਾ ਹੈ, ਮਕਾਨ ਦਾ ਦਾਨ ਕੋਈ ਕਰ ਸਕਦਾ ਹੈ, ਅੰਨ ਦਾ ਦਾਨ ਕੋਈ ਕਰ ਸਕਦਾ ਹੈ, ਰਾਸ਼ਨ ਦਾ ਦਾਨ ਕੋਈ ਕਰ ਸਕਦਾ ਹੈ, ਪਰ ਜੀ ਦਾਨ ਗੁਰੂ ਬ੍ਰਹਮ ਗਿਆਨੀ ਤੋਂ ਬਿਨਾਂ ਕੋਈ ਨਹੀਂ ਦੇ ਸਕਦਾ। ਜਿੰਦੇ ਕਿਸੇ ਨੂੰ ਜ਼ਿੰਦਗੀ ਦਾ ਦਾਨ ਦੇ ਦੇਣਾ, ਟੁੱਟੇ ਵਿੱਚ ਜੀਵਨ ਪੈਦਾ ਕਰ ਦੇਣਾ। ਇਸੇ ਨੂੰ ਗੁਰੂਦੇਵ ਨੇ ਕਿਹਾ ਬਾਣੀ 'ਚ ਕਿ ਜਿਹੜਾ ਕਮਾਈ ਵਾਲਾ ਹੈ ਉਹ ਤਾਂ ਜੀ ਦਾਨ ਕਰਦਾ ਹੀ ਐਵੇਂ ਕਿ ਜਨਮ ਮਰਨ ਦੂਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਖਰਸ਼ੋਂ ਲੈਣ ਮਿਲਾਏ। ਉਹ ਕਿਵੇਂ ਦਾਨ ਕਰਦਾ ਹੈ? ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਦਾਨ ਪੁੰਨ ਕਿਹੜਾ? ਫਿਰ ਵੀ ਬੇਨਤੀ, ਚਲੋ ਬਾਹਰ ਮੁਖੀ ਅਸੀਂ ਦਿੰਦੇ ਹਾਂ। ਮਹਾਰਾਜ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ ਹੈ ਕਿ ਗੁਰਮੁਖ ਜਿਹੜਾ ਹੈ, ਹੁਣ ਅੱਜ ਤਾਂ ਦਾਨ ਐਸੇ ਜਿਹੇ ਨੇ, ਦਾਨ ਕੀਤਾ ਲਿਸਟਾਂ ਤਿਆਰ ਹੁੰਦੀਆਂ ਨੇ, ਫਲਾਣਾ ਦਾਨੀ ਫਲਾਣਾ ਦਾਨੀ। ਦਾਨੀ ਜਿਹੜੇ ਨੇ ਉਹ ਅਸਲ 'ਚ ਰੱਬ ਨੂੰ ਰਿਸ਼ਵਤ ਦੇਣ ਤੁਰੇ ਹੋਏ ਨੇ। ਮੈਂ ਇੰਨਾ ਕੁਝ ਗੁਰਦੁਆਰੇ ਦੇ ਦਿੱਤਾ, ਇਹਦੇ ਬਦਲੇ ਮੈਨੂੰ ਪਰਮਾਤਮਾ ਇਹ ਦੇਗਾ। ਅੱਧੋ ਪ੍ਰਬੰਧਕੀ ਟੋਲਾ ਵੀ ਉਹੋ ਜਿਹਾ ਹੈ, ਉਹ ਵੀ ਦੇਖਦਾ ਹੈ ਜੇ ਕਿਸੇ ਨੇ ਲੱਖਾਂ ਦੇ ਦਿੱਤਾ, ਜੀ ਇਹਦੇ ਵਰਗਾ ਦਾਨੀ ਕੋਈ ਨਹੀਂ। ਅੱਜ ਸੱਚ ਜੇ ਗੁਰੂ ਨਾਨਕ ਭਾਈ ਲਾਲੋ ਨੂੰ ਨਵਾਜਦਾ ਹੈ, ਅੱਜ ਦਾ ਸਿੱਖ ਪ੍ਰਬੰਧਕੀ ਢਾਂਚਾ, ਖਿਮਾ ਕਰਿਓ, ਮਲਕ ਭਾਗੋ ਨੂੰ ਨਵਾਜਦਾ। ਬਸ ਇਹ ਜੀ ਇਹਨੇ ਨਾ ਕੋਈ ਦਾਨ ਕੀਤਾ। ਮੇਰਾ ਖਿਆਲ ਭਾਂਡੇ ਮਾਂਜਣ ਵਾਲਾ, ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ, ਉਹਦੀ ਨਵਾਜ਼ਿਸ਼ ਇੰਨੀ ਨਹੀਂ ਹੁੰਦੀ ਹੋਵੇਗੀ ਸੰਗਤ 'ਚ, ਜਿੰਨਾ ਝੂਠ ਬੋਲ ਕੇ, ਕਪਟ ਕਰਕੇ, ਲੋਕਾਂ ਦਾ ਹੱਥ ਖੋਹ ਕੇ ਵੰਡਣ ਵਾਲਿਆਂ ਨੂੰ ਅਸੀਂ ਸਤਿਕਾਰ ਜੀ ਅੱਜ ਫਲਾਣੇ ਦਾ ਸਨਮਾਨ ਰੱਖਿਆ। ਮੈਂ ਬੇਨਤੀ ਕਰਾਂਗੇ ਇਹ 'ਚ ਅਸੀਂ ਵੀ ਸ਼ਾਮਲ ਹਾਂ। ਗੁਰਦੁਆਰਿਆਂ 'ਚ ਗੁਰਪੁਰਬ ਵਾਲੇ ਦਿਨ ਅੱਜ ਫਲਾਣੇ ਦਾ ਸਨਮਾਨ, ਫਲਾਣੇ ਦਾ ਸਨਮਾਨ। ਕਾਹਦਾ ਸਨਮਾਨ ਦਿੱਤਾ? ਵੱਧ ਤੋਂ ਵੱਧ ਝੂਠ ਬੋਲਦਾ, ਇਹ ਕਪਟ ਕਰਦਾ ਹੈ। ਮੈਂ ਬੇਨਤੀ ਕਰਾਂਗਾ, ਸਭ ਤੋਂ ਵੱਡਾ ਪੁੰਨ ਇਹ ਵੇ ਕਿ ਆਪ ਬੰਦਗੀ ਕਰੇ, ਇਹਦਾ ਅੰਦਰ ਭਰਿਆ ਜਾਏ, ਉਹ ਬੰਦਗੀ ਕਿਸੇ ਨੂੰ ਵੰਡੇ, ਉਹ ਸਭ ਤੋਂ ਵੱਡਾ ਦਾਨ ਹੈ। ਜੇ ਮੰਨ ਲਓ ਤੂੰ ਦੁਨਿਆਵੀ ਤੌਰ 'ਤੇ ਦਾਨ ਪੁੰਨ ਕਰਨਾ ਹੈ ਤੇ ਮਤ ਹੰਕਾਰ ਦਿਖਾ, ਮੈਂ ਉਹਨਾਂ ਕੁਝ ਕੀਤਾ, ਆ ਕੇ ਗੁਰੂ ਦਾ ਸਿਮਰਨ ਕਰ ਦਾਤਾ, ਤੂੰ ਤਰਸ ਕੀਤਾ, ਮੈਂ ਤੇਰੇ ਦਿੱਤੇ 'ਚੋਂ ਕਿਸੇ ਦੀ ਸੇਵਾ ਕਰਕੇ ਆਇਆ। ਗੁਰੂ ਅਰਜੁਨ ਦੇਵ ਜੀ ਨੇ ਇਹੀ ਬਚਨ ਕਿਹਾ, ਜੇ ਪ੍ਰਸਾਦ ਕਰੈ ਪਨ ਪੁੰਨ ਬਹੁਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ। ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਨੇ, ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਉਹ ਹੱਥੋਂ ਕੁਝ ਦੇ ਕੇ ਵੀ ਸ਼ੁਕਰ ਕਰਦਾ ਵੀ ਮੈਨੂੰ ਸੇਵਾ ਦਾ ਮੌਕਾ ਮਿਲ ਗਿਆ, ਅਹਿਸਾਨ ਨਹੀਂ ਕਰਦਾ। ਜਾਂ ਅਸੀਂ ਭਾਈ ਸਾਹਿਬ ਦੇ ਬੋਲ ਪੜ੍ਹਨੇ ਆ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤੰਦਾ, ਗੁਰ ਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵਾਉਂਦਾ। ਉਹ ਸੇਵਾ ਕਰ ਰਿਹਾ ਹੈ। ਫਿਰ ਬੇਨਤੀ ਹੈ ਜੀ, ਸਭ ਤੋਂ ਵੱਡਾ ਪੁੰਨ ਕੀ ਹੈ? ਮਾਘ ਦਾ ਸੀ ਇਹ ਮਹੀਨਾ ਪੜ੍ਹਨੇ 12 ਮਾਹ 'ਚ, ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਆਪ ਨਾਮ ਇਕੱਠਾ ਕਰ, ਉਹਦੇ 'ਚ ਦਾਨ। ਸਤਿਗੁਰੂ ਕਹਿੰਦੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਉਹਦੇ ਗੁਣ ਗਾ। ਫਿਰ ਬੇਨਤੀ ਹੈ,
कि सच तां पर जाणीए जां सिख सच्ची ले। सच्ची सिक्ख्या गुरबाणी दी लवे। दया जाने जी की, जी दान करे, किछ पुन दान करे। अगे महाराज कहंदे ने सच तां पर जाणीए जां आत्म तीर्थ करे निवास। सत गुरु नौ पुछ कै बह रह करे निवास। ये दो तुकां दे अर्थ। ਤਾਂ ਸੱਚ ਜਾਣਿਆ ਜਾਏਗਾ ਜਿਹੜਾ ਇਨਸਾਨ। ਇਹਦੇ ਅਰਥ ਇੱਥੋਂ ਸ਼ੁਰੂ ਕਰੀਏ। ਸਤ ਗੁਰੂ ਨੌ, ਇੱਥੇ ਨੂੰ ਨਹੀਂ, ਨੰਨੇ ਨੂੰ ਖੋੜਾ ਲੱਗਾ ਨੌ। ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਆਪਣੀ ਮਰਜ਼ੀ ਨਾਲ ਨਹੀਂ, ਜਿਹੜਾ ਸਤਿਗੁਰੂ ਵੱਲੋਂ ਸੁਸ਼ਿਕਸ਼ਿਤ ਹੋ ਜਾਂਦਾ, ਜਿਹਨੂੰ ਗੁਰੂ ਸੁਸਿੱਖਿਆ ਦਿੰਦਾ ਹੈ, ਇਹ ਸਿੱਖ ਸੱਚੀ ਲੈ। ਗੁਰੂ ਦੀ ਸਿੱਖਿਆ ਲੈ, ਸੰਸਾਰ ਦੀਆਂ ਸਿੱਖਿਆਵਾਂ ਨਹੀਂ। ਗੁਰੂ ਦੀ ਸਿੱਖਿਆ ਜੋ ਗੁਰੂ ਨੇ ਕਹਿ ਦਿੱਤਾ, ਜਿਹੜਾ ਉਸ ਸਿੱਖਿਆ ਨੂੰ ਲੈਂਦਾ ਹੈ ਆਪਣੀ ਮਰਜ਼ੀ ਨਾਲ ਨਹੀਂ, ਗੁਰੂ ਦੀ ਦਿੱਤੀ ਕੋਈ ਨਾਮ ਸਿੱਖਿਆ 'ਚ ਉਹ ਅੰਤਰ ਆਤਮੇ ਸਿਮਰਨ 'ਚ ਬੈਠਦਾ ਹੈ। ਦੇਖੋ, ਜਦੋਂ ਕਿਸੇ ਨੂੰ ਅੰਤਰਮੁਖੀ ਹੋ ਕੇ ਆਪਣੇ ਅੰਦਰ ਬਹਿਣ ਦੀ ਜਾਚ ਆ ਗਈ ਨਾ, ਸੱਚ ਇਹ ਜੇ ਉਹਦੇ ਬਾਹਰ ਦਾ ਤੀਰਥ ਆਪਣੇ ਆਪ ਛੁੱਟ ਜਾਂਦਾ। ਮੈਂ ਤਾਂ ਇੱਕ ਦਿਨ ਬੇਨਤੀ ਕੀਤੀ ਸੀ, ਉਹ ਗੁਰਮੁਖੋ ਸੱਚ ਇਹ ਇਸ ਬੌਡੀ ਨੂੰ ਸਮਝੋ। ਇਹ ਬੌਡੀ ਕੇਵਲ ਹੱਡ, ਚੰਮ, ਮਾਸ, ਮਿੱਝ, ਗੰਦ ਦੀ ਪੋਟਲੀ ਨਹੀਂ। ਜਿਹਨੂੰ ਗੁਰੂ ਦੀ ਸਿੱਖ ਸਮਝਣ ਦੀ ਜਾਚ ਆ ਜਾਈ, ਸੱਚ ਇਹ ਵੇ ਉਹਦਾ ਅੰਦਰ ਹੀ ਖੁਦ ਪਰਮਾਤਮਾ ਦਾ ਘਰ ਬਣ ਜਾਂਦਾ ਹੈ। ਸਤਿਗੁਰੂ ਦੀ ਸਿੱਖਿਆ ਲੈ ਕੇ ਪੁੱਛ ਕੇ ਦਾ ਅਰਥ ਹੈ ਗੁਰੂ ਦਾ ਸ਼ਬਦ ਸੁਣ ਕੇ, ਬਾਣੀ ਸੁਣ ਕੇ, ਜੋ ਗੁਰੂ ਨੇ ਨਾਮ ਦਿੱਤਾ ਉਹਨੂੰ ਪੁੱਛ ਕੇ, ਆਪਣੀ ਮਰਜ਼ੀ ਨਾਲ ਨਹੀਂ, ਖੱਟ ਕਰਕੇ ਨਹੀਂ। ਉਹ ਕਿੱਥੇ ਬੈਠੇ? ਮਹਾਰਾਜ ਕਹਿੰਦੇ ਨੇ ਬਹਿ ਰਹੇ ਕਰੇ ਨਿਵਾਸ। ਕਿੱਥੇ? ਉਹ ਪਹਿਲੀ ਤੁਕ ਸੱਚ ਤਾਂ ਪਰ ਜਾਣੀਏ ਜਾਂ ਆਤਮ ਦਾ ਅਰਥ ਆਪਣੇ ਅੰਦਰ। ਆਤਮ ਤੀਰਥ ਕਰੇ ਨਿਵਾਸ। ਬਾਹਰ ਦਾ ਤੀਰਥ ਛੱਡੋ, ਜਿਹਨੂੰ ਗੁਰੂ ਸ਼ਬਦ ਦੀ ਦਾਤ ਦੇਦਾ ਉਹ ਖੁਦ ਹੀ ਤੀਰਥ ਬਣ ਜਾਂਦਾ। ਜਿਵੇਂ ਸਤਿਗੁਰੂ ਦੀ ਬਾਣੀ 'ਚ ਇੱਕ ਬਚਨ ਅਸੀਂ ਪੜ੍ਹਨੇ ਖਾਂ, ਲੋਕ ਅਕਸਰ ਤੀਰਥਾਂ 'ਤੇ ਜਾਂਦੇ ਆ। ਕਬੀਰ ਸਾਹਿਬ ਦਾ ਵੀ ਬੋਲ, ਭਗਤ ਰਾਮਾਨੰਦ ਜੀ ਦੇ ਵੀ ਬੋਲ, ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਿ ਲੋਕੀ ਬਾਹਰ ਦੇ ਤੀਰਥਾਂ 'ਤੇ ਇਸ਼ਨਾਨ ਕਰਦੇ ਨੇ। ਜਿਨ੍ਹਾਂ ਨੇ ਸ਼ਬਦ ਸੁਣ ਲਿਆ, ਮੰਨ ਲਿਆ, ਸ਼ਬਦ ਨੂੰ ਪਿਆਰ ਕੀਤਾ, ਉਹਨਾਂ ਦਾ ਅੰਦਰ ਦੇ ਤੀਰਥ 'ਤੇ ਇਸ਼ਨਾਨ ਕਰਦਾ। ਜਿਵੇਂ ਪਾਠ ਅਸੀਂ ਕਰਨੇ, ਸੁਣਿਆ, ਮੰਨਿਆ, ਪਹਿਲਾਂ ਸਿੱਖ ਸੱਚੀ ਸੁਣੀ, ਫਿਰ ਉਹਨੂੰ ਜ਼ਿੰਦਗੀ 'ਚ ਮੰਨ ਲਿਆ। ਪ੍ਰੈਕਟੀਕਲ ਤੌਰ 'ਤੇ ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਦਰੋਂ ਪ੍ਰੇਮ ਕੀਤਾ। ਮਹਾਰਾਜ ਕਹਿੰਦੇ ਨੇ ਬਾਹਰ ਦਾ ਤੀਰਥ ਤਾਂ ਛੁੱਟ ਗਿਆ, ਅੰਤਰਗਤ ਤੀਰਥ ਮਲ ਨਾਓ, ਆਤਮ ਤੀਰਥ ਕਰੇ ਨਿਵਾਸ। ਅੰਦਰ ਇੱਕ ਬੜਾ ਵੱਡਾ ਸੁੱਖ ਹੈ। ਅੱਜ ਸੱਚ ਵੇ ਜਿਹੜੇ ਧਰਮ ਅੰਦਰ ਜਾਣ ਦੀ ਪ੍ਰੇਰਨਾ ਕਰਦੇ ਸਨ, ਉਹ ਲੋਕ ਵੀ ਬਾਹਰ ਮੁਖੀ ਹੋਏ ਬੈਠੇ। ਗੁਰੂ ਗ੍ਰੰਥ ਸਾਹਿਬ 'ਚ ਭਗਤਾਂ ਮਹਾਂਪੁਰਖਾਂ ਨੇ ਬੌਡੀ ਨੂੰ ਤੀਰਥ ਮੰਨਿਆ ਜੇ। ਪਰਮਾਤਮਾ ਦਾ ਨਾਮ ਤੀਰਥ, ਗੁਰੂ ਤੀਰਥ, ਆਪਣਾ ਆਪ ਤੀਰਥ। ਜਿਵੇਂ ਅਸੀਂ ਬਾਣੀ 'ਚ ਪਾਠ ਕਰਨੇ ਆ, ਕਤ ਜਾਈਐ ਰੇ ਘਰ ਲਾਗੋ ਰੰਗ, ਆਤਮ ਤੀਰਥ ਕਰੇ ਨਿਵਾਸ। ਭਗਤ ਰਾਮਾਨੰਦ ਕਹਿੰਦੇ ਨੇ ਕਿਹੜੇ ਪਾਸੇ ਜਾਵਾਂ? ਹਰ ਪਾਸੇ ਪਾਣੀ ਤੇ ਪੱਥਰ ਹੀ ਪੂਜਿਆ ਜਾਂਦਾ ਹੈ। ਮੈਂ ਪੱਥਰ ਤੇ ਪਾਣੀ ਨੂੰ ਛੱਡ ਕੇ ਅੰਦਰ ਦੇ ਤੀਰਥ ਤੇ ਬਹਿ ਗਿਆ, ਕਿਉਂਕਿ ਮੇਰੇ ਪੈਰ ਨਹੀਂ ਚੱਲਦੇ, ਪਿੰਗਲੇ ਹੋ ਗਏ ਨੇ, ਮੇਰਾ ਮਨ ਪਿੰਗਲਾ ਹੋ ਗਿਆ, ਭਟਕਦਾ ਨਹੀਂ, ਅੰਦਰ ਦੇ ਤੀਰਥ ਤੇ ਬੈਠਾ। ਜਿਵੇਂ ਸਤਿਗੁਰੂ ਦੇ ਬੋਲ ਨੇ, ਕਤ ਜਾਈਐ ਰੇ ਆਤਮ ਤੀਰਥ ਕਰੇ ਨਿਵਾਸ। ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ, ਮਨ ਪਇਓ ਪੰਗ, ਏਕ ਦਿਵਸ ਮਨ ਭਈ ਉਮੰਗ। ਕਸ ਚੋਆ ਚੰਦਨ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਕੀ, ਮਾਹੇ ਆਤਮ ਤੀਰਥ ਕਰੇ ਨਿਵਾਸ। ਇਹਨੂੰ ਭਗਤ ਜੀ ਨੇ ਕਿਹਾ ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ। ਕਾਇਓ ਦਾ ਅਰਥ ਹੈ ਕਾਇਆ, ਮੇਰੀ ਕਾਇਆ ਹੀ ਮੰਦਰ ਬਣ ਗਈ। ਮੈਂ ਕਾਇਆ ਦੀ ਯਾਤਰਾ ਕਰਨਾ, ਮੇਰੀ ਕਾਇਆ ਦੇ ਅੰਦਰ ਹੀ ਦੇਵਤੇ ਦਾ ਸਰੂਪ। ਇਹਨੂੰ ਜੇ ਬਾਣੀ 'ਚ ਪੜ੍ਹੋਗੇ, ਦੇਖੋ ਅੰਦਰ ਇੱਕ ਤੀਰਥ ਬਣ ਜਾਂਦਾ। ਕਬੀਰ ਸਾਹਿਬ ਨੇ ਕਿਹਾ ਲੋਕੋ ਤੁਸੀਂ ਬਾਹਰ ਦੇ ਤੀਰਥਾਂ 'ਤੇ ਜਾਂਦੇ ਹੋ, ਮੇਰਾ ਅੰਦਰ ਤੀਰਥ ਬਣ ਗਿਆ। ਤੁਸੀਂ ਦੌੜ ਕੇ ਗੰਗਾ 'ਚ ਟੁੱਬੀਆਂ ਲਾਉਂਦੇ ਹੋ, ਮੇਰਾ ਰੱਬ ਮੈਨੂੰ ਲੱਭਣ ਆ ਗਿਆ ਜਦੋਂ ਮੇਰਾ ਅੰਦਰ ਤੀਰਥ ਬਣ ਗਿਆ। ਉਂਝ ਵੈਸੇ ਤੀਰਥ ਦਾ ਲਫ਼ਜ਼ੀ ਅਰਥ ਇਹ ਵੇ ਕਿ ਪਵਿੱਤਰ, ਆਤਮ ਤੀਰਥ, ਅੰਦਰ ਦੀ ਪਵਿੱਤਰਤਾ। ਕਬੀਰ ਸਾਹਿਬ ਨੇ ਕਿਹਾ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਚਲੋ ਬਾਣੀ 'ਚ ਦੀ ਤੁਕ ਤਾਂ ਨਹੀਂ, ਮੈਨੂੰ ਯਾਦ ਹੈ ਸੁਲਤਾਨ ਬਾਹੂ ਦੀ ਇੱਕ ਰਵਾਈ ਹੈ।
ਉਸ ਰਬਾਈ 'ਚ ਸੁਲਤਾਨ ਬਾਹੂ ਜੀ ਕਹਿੰਦੇ ਨੇ ਮੇਰਾ ਹੱਜ ਛੁੱਟ ਗਿਆ, ਮੇਰਾ ਤੀਰਥ ਛੁੱਟ ਗਿਆ। ਸੱਚਮੁੱਚ ਬਾਹਰ ਮੁਖੀ ਭਟਕਣਾ ਉਹਨਾਂ ਦੀ ਸਾਰੀ ਮੁੱਕ ਜਾਂਦੀ ਹੈ, ਜਿਹੜੇ ਆਤਮ ਤੀਰਥ ਦੇ ਨਿਵਾਸੀ ਹੁੰਦੇ ਨੇ। ਉਹਨਾਂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ ਹੈ ਕਿ ਮੇਰੀ ਸਾਰੀ ਦੀ ਸਾਰੀ ਬਾਡੀ ਅੱਖਾਂ ਬਣ ਜਾਏ। ਸੁਲਤਾਨ ਬਾਹੂ, ਮੇਰੇ ਰੋਮ ਰੋਮ ਦੇ ਵਿੱਚ ਅੱਖ ਹੋਵੇ, ਆਪਣੇ ਮੁਰਸ਼ਦ ਦੇ ਦੀਦਾਰ ਕਰਾਂ, ਇੱਕ ਅੱਖ ਖੋਲਾਂ ਦੂਜੀ ਬੰਦ ਕਰਾਂ। ਕਹਿੰਦਾ ਉਹ ਸੁਲਤਾਨ ਕਿਹੜੀ ਥਾਂ ਤੇ ਹੱਜ ਕਰਨ ਜਾਣਾ ਪਿਆ, ਜਿਨੇ ਗੁਰੂ ਦੇ ਦੀਦਾਰ ਕਰਕੇ ਅੰਦਰੋਂ ਕੁਛ ਪਾ ਲਿਆ, ਉਹਦਾ ਅੰਦਰ ਹੀ ਹੱਜ ਬਣ ਜਾਂਦਾ ਹੈ। ਉਹਦੇ ਲਫ਼ਜ਼ ਨੇ ਕਿ ਇਹ ਤਨ ਮੇਰਾ ਚਸ਼ਮਾ ਹੋਵੇ, ਮੁਰਸ਼ਦ ਦੇਖ ਨਾ ਰੱਜਾਂ ਹੂੰ, ਲੂ ਲੂ ਦੇ ਮੁੱਢ ਲੱਖ ਲੱਖ ਚਸ਼ਮਾ, ਇੱਕ ਖੋਲਾ ਇੱਕ ਕੱਜਾ ਹੂੰ, ਇਤਨਾ ਦੇਖਿਆ ਸਬਰ ਨਾ ਆਵੇ, ਹੋਰ ਕਿਸੇ ਵੱਲ ਭੱਜਾਂ ਹੂੰ, ਮੁਰਸ਼ਦ ਦਾ ਦੀਦਾਰ ਹੈ ਬਾਹੂ, ਲੱਖ ਕਰੋੜਾਂ ਖੱਜਾਂ ਹੂੰ। ਇੱਥੇ ਮਹਾਰਾਜ ਕਹਿੰਦੇ ਨੇ ਆਤਮ ਤੀਰਥ ਅੰਦਰ ਝਾਤੀ ਮਾਰ। ਅੰਦਰ ਕੱਲਾ ਮਿੱਝ ਹਾਰਟ ਇਹ ਇੰਟਰਨਲ ਅੰਗ ਨਹੀਂ, ਅੰਦਰ ਤੇਰੇ ਪਰਮਾਤਮਾ ਦਾ ਨਿਵਾਸ ਹੈ। ਦੇਖ ਉਹ ਜੋਤ ਢੁਕੀ ਪਈ ਹੈ ਤੇਰੇ ਕਰਮਾਂ ਦੀ ਕਾਲਖ ਨਾਲ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੈ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੈ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਕਦੀ ਨੇਤਰ ਬੰਦ ਕਰਕੇ ਅੰਦਰ ਦੇ ਤੀਰਥ 'ਚ ਡੁੱਬੀ ਮਾਰ, ਅੰਦਰ ਇਸ਼ਨਾਨ ਕਰ। ਮਹਾਰਾਜ ਕਹਿੰਦੇ ਨੇ ਪਿਆਰਿਓ, ਅਖੀਰ ਤੇ ਸੱਚ ਸਭ ਨਾ ਹੋਏ ਦਾਰੂ, ਕੂੜ ਤਾਂ ਜਾਏਗਾ ਜੇ ਸੱਚ ਪੱਲੇ ਆ ਜਾਏਗਾ। ਸੱਚ ਸਭ ਦੀ ਦਾਰੂ ਦਾ ਅਰਥ ਇਲਾਜ ਦਵਾਈ ਹੈ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ। ਜਿੰਨੇ ਪਾਪਾਂ ਦੀ ਮੈਲ ਹੈ ਉਹ ਸੱਚ ਦੀ ਦਵਾਈਆਂ ਨੂੰ ਕੱਢ ਕੇ ਧੋ ਦੇਗੀ। ਮੈਂ ਅਰਜ਼ ਕੀਤੀ ਜਿੱਥੇ ਸੱਚ ਆਵੇਗਾ ਪ੍ਰਮਾਣ ਦਿੱਤੇ ਉੱਤੇ ਝੂਠ ਨਹੀਂ ਬਹੇਗਾ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ। ਅੰਦਰ ਪਾਪਾਂ ਦੀ ਮੈਲ, ਜਿਵੇਂ ਇੱਕ ਮੈਲਾ ਬਰਤਨ ਤਲਾ ਮੈਲਾ ਹੋਵੇ, ਉਹ ਬਾਰਿਸ਼ ਪੈਂਦੀ ਹੋਵੇ, ਉਹਨੂੰ ਬਾਹਰ ਰੱਖ ਦਿਓ, ਲਗਾਤਾਰ ਬਾਰਿਸ਼ ਪੈ ਪੈ ਕੇ ਉਸ ਦੇ ਅੰਦਰ ਦੀ ਮੈਲ ਉਗਲ ਕੇ ਬਾਹਰ ਨਿਕਲ ਜਾਂਦੀ ਏ। ਸੱਚ ਜਿਹਦਾ ਅੰਦਰ ਪਰਮਾਤਮਾ ਦੇ ਸਨਮੁਖ ਹੋ ਜਾਏ, ਸ਼ਬਦ ਦੀ ਬਾਰਿਸ਼ ਪੈ ਪੈ ਕੇ, ਸੱਚ ਦੀ ਬਾਰਿਸ਼ ਪੈ ਕੇ ਉਹਦੇ ਪਾਪਾਂ ਦੀ ਮੈਲ ਬਾਹਰ ਨਿਕਲ ਜਾਂਦੀ ਹੈ। ਸੱਚ ਸਭਨਾ ਹੋਏ ਦਾਰੂ, ਸੱਚ ਵਰਗਾ ਦਾਰੂ ਕੋਈ ਨਹੀਂ। ਝੂਠ ਬੋਲੋਗੇ, ਇੱਕ ਝੂਠ ਨੂੰ ਲੁਕਾਉਣ ਲਈ ਕਿੰਨੇ ਝੂਠ ਬੋਲੋਗੇ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਪਾਪਾਂ ਨੂੰ ਬਾਹਰ ਕੱਢ ਦਿੰਦਾ ਸੱਚ। ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਕੁਰਬਾਨ ਜਾਨਾ, ਬੇਨਤੀ ਕਰਨਾ, ਜਿਨ੍ਹਾਂ ਦੇ ਪੱਲੇ ਸੱਚ ਹੋਵੇ ਉਹ ਹੀ ਸੱਚ ਨਾਲ ਸਾਂਝ ਪਾਉਂਦੇ ਨੇ। ਪਹਿਲਾ ਸ਼ਲੋਕ ਸੀ ਜਦੋਂ ਅਸੀਂ ਪੜ੍ਹਿਆ ਕਿ ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ ਤੁਧ ਬਾਜ, ਕੂੜੋ ਕੂੜ। ਇਸ ਸ਼ਲੋਕ 'ਚ ਕਿਹਾ ਕਿ ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ। ਇਹਨੂੰ ਬਾਬਾ ਜੀ ਨੇ ਕਿਹਾ ਜਿਨ੍ਹਾਂ ਦੇ ਅੰਦਰ ਸੱਚ ਵਸ ਗਿਆ, ਜਿਨ੍ਹਾਂ ਪੱਲੇ ਸੱਚ ਹੋਵੇ, ਉਹਨਾਂ ਦੀ ਥਾਂ ਥਾਂ ਤੇ ਸ਼ੋਭਾ ਹੈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਖਾਨ। ਹੁਣ ਜਿਨ੍ਹਾਂ ਦੇ ਪੱਲੇ ਸੱਚ ਹੈ, ਉਹ ਗੁਰਮੁਖ ਭਗਤ ਕਹਿ ਲਓ, ਮਹਾਂਪੁਰਖ ਕਹਿ ਲਓ, ਸੰਤ ਕਹਿ ਲਓ, ਉਹਨਾਂ ਬਾਰੇ ਸਤਿਗੁਰੂ ਫਿਰ ਅਰਦਾਸ ਕਰਦੇ ਨੇ ਪੌੜੀ 'ਚ, ਪਰਮਾਤਮਾ ਕਿਰਪਾ ਕਰ, ਜਿਨ ਸੱਚ ਪੱਲੇ ਵੇ ਉਹਨਾਂ ਦੇ ਚਰਨਾਂ ਦੀ ਧੂੜ ਦੇ ਦੇ, ਇਹ ਦਾਨ ਮੈਨੂੰ ਬਖਸ਼ ਦੇ, ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ